Subscribe to our YouTube channel. Press the bell icon to get the latest updates. ਸਤਿ ਸ਼੍ਰੀ ਅਕਾਲ ਸਾਥੀਓ, ਸਭ ਤੋਂ ਪਹਿਲਾਂ ਤਾਂ ਪ੍ਰੈਸ ਦੇ ਸਾਡੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਠੰਡ ਵੀ ਬਹੁਤ ਹੈ, ਤੁਸੀਂ ਟਾਈਮ ਕੱਢ ਕੇ ਆਏ ਹੋ। ਸਾਡੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਜੋ ਪੰਜਾਬ ਦੇ ਵਿਕਾਸ ਤਰੱਕੀ ਨੂੰ ਸਿੱਧੇ ਰਾਹ ਪਾਉਣ ਲਈ ਵਚਨਬੱਧ ਹੈ, ਪ੍ਰਤੀਬੱਧ ਹੈ। ਉਹ ਅੱਜ ਸਾਡੇ ਵਿੱਚ ਹੈ। ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ਸਰਕਾਰ ਸਾਡੀ ਹੋਵੇ ਜਾਂ ਨਾ ਹੋਵੇ ਹਮੇਸ਼ਾ ਹੀ ਜਨਤਾ ਦੇ ਲੋਕਾਂ ਦੇ ਮੁੱਦਾ ਦੀ ਆਵਾਜ਼ ਚੱਕੀ ਹੈ ਤੇ ਥੈਂਕ ਯੂ ਸੋ ਮਚ। ਇੱਕ ਛੋਟੀ ਜੀ ਗੱਲ, ਸਭ ਤੋਂ ਉਮਰ 'ਚ ਛੋਟਾ ਮੈਂ ਸੀਨੀਅਰ ਲੀਡਰਸ਼ਿਪ ਸਾਹਮਣੇ ਹਮੇਸ਼ਾ ਅਕਸਰ ਚੋਣਾਂ ਵਿੱਚ ਪੁੱਛਦੇ ਆ ਲੋਕ ਕਿ ਕਾਂਗਰਸ, ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ ਫਰਕ ਕੀ ਹੈ। ਫਰਕ ਸਿੱਧਾ ਹੈ। ਕਾਂਗਰਸ ਦੀ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਇੱਕ ਵਾਅਦੇ ਤੇ ਹੈ, ਜਾਨ ਜਾਏ ਪਰ वचन ना जाए। अकाली भाजपा आप दी है, वोट आए उसके बाद वचन और वोटर दोनों भाड़ में जाए। कांग्रेस with the vision is following the principle was make the promise, implement the promise and fulfill the promise। बाकी साडी विपक्षी पार्टियां make the promise, forget about the promise and lie about that promise। ਤੇ ਜਿਹੜਾ ਨਾਰਾ ਚੱਲ ਰਿਹਾ ਇੱਕ ਮੌਕਾ ਆਪ ਨੂੰ, ਆਪ ਦੀ ਤਾਂ ਗੱਲ ਛੱਡੋ, ਕਾਂਗਰਸ ਪਾਰਟੀ ਨੇ ਤੇ ਲੋਕਾਂ ਨੇ ਮੌਕਾ ਨਹੀਂ ਇੱਕ ਬਹੁਤ ਵੱਡਾ ਹੌਕਾ ਦੇਣਾ ਆਪ ਨੂੰ, ਅਕਾਲੀ ਦਲ ਨੂੰ, ਭਾਜਪਾ ਨੂੰ। ਆਪਣੀ ਗੱਲ ਰੱਖਦੇ ਹੋਏ ਨਾਲ ਹੀ ਸਿੱਧੂ ਸਾਹਿਬ ਨੂੰ ਦਰਖਾਸਤ ਕਰਾਂਗਾ ਆਪਾਂ ਪ੍ਰੈਸ ਵਾਰਤਾ ਸ਼ੁਰੂ ਕਰੀਏ। बिल्कुल ठीक। प्यारे दोस्तों, बड़ा शुभ दिन है। ਵੱਡੇ ਭਾਜੀ ਨਾਲ ਅੱਜ ਮਿਲਿਆ, ਮੇਰੀ ਦੂਸਰੀ ਮੀਟਿੰਗ ਹੋਈ ਹੈ ਔਰ ਪੰਜਾਬ ਮਾਡਲ ਨੂੰ ਆਲਮੋਸਟ ਅਨਵੇਲ ਕਰ ਚੁੱਕੇ ਹਾਂ। ਜਿਹੜਾ ਥੋੜਾ ਬਹੁਤਾ ਰਹਿੰਦਾ ਹੈ ਉਹ ਤੁਹਾਡੇ ਸਾਹਮਣੇ ਰੱਖਾਂਗੇ। We believe in vision. All men have eyes, few have the vision. And it is about the vision which makes the difference. Party with a difference is with a vision. ਝੂਠ ਵੇਚ ਕੇ, ਸੁਪਨੇ ਵੇਚ ਕੇ ਸਰਕਾਰਾਂ ਨਹੀਂ ਚੱਲ ਸਕਦੀਆਂ। ਸਕੀਮਾਂ ਤੇ ਜੁਗਾੜਾਂ ਦੇ ਨਾਲ ਸਰਕਾਰਾਂ ਨਹੀਂ ਚੱਲ ਸਕਦੀਆਂ। ਸਰਕਾਰਾਂ ਹਮੇਸ਼ਾ ਪਾਲਿਸੀ ਨਾਲ ਚੱਲਦੀਆਂ ਨੇ। ਪਾਲਿਸੀ ਵਿਦ ਬਜਟਰੀ ਐਲੋਕੇਸ਼ਨਸ, ਪਾਲਿਸੀ ਵਿਦ ਰਿਸਰਚ, ਪਾਲਿਸੀ where good intentions are executed। Therefore I will start with governance reforms। ਇਹ ਜਿਹੜਾ ਪੰਜਾਬ ਮਾਡਲ ਹੈ, ਔਰ ਮੈਂ ਭਾਜੀ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ, ਕੁਝ ਪਹਿਲਾਂ ਦੱਸਿਆ, ਕੁਝ ਅੱਜ ਦੱਸਿਆ, ਕੁਝ ਮੈਂ ਅਨਵੇਲ ਕਰ ਚੁੱਕਿਆ। ਇਹ ਨਹੀਂ ਕਹਿੰਦਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਇੱਥੇ ਲੋਕ ਰੋਂਦੇ ਰਹਿੰਦੇ ਆ, ਨਕਾਰਾਤਮਕ ਸੋਚ ਵਾਲੇ ਹਾਏ ਦੁਹਾਈਆਂ ਪਾਉਂਦੇ ਰਹਿੰਦੇ ਆ, ਕ੍ਰਿਟਿਸਿਜ਼ਮ ਕਰਦੇ ਰਹਿੰਦੇ ਆ, ਮੁੱਦਿਆਂ ਤੋਂ ਭਟਕਾਉਂਦੇ ਰਹਿੰਦੇ ਆ ਔਰ ਕਹਿੰਦੇ ਰਹਿੰਦੇ ਆ ਖਜ਼ਾਨਾ ਖਾਲੀ ਹੈ, ਪਰ ਕੋਈ ਇਹ ਨਹੀਂ ਦੱਸਦਾ ਭਰਨਾ ਕਿਵੇਂ, ਕੋਈ ਹੱਲ ਨਹੀਂ ਦੱਸਦਾ। ਸਮੱਸਿਆ ਦੱਸਣ ਵਾਲੇ ਬੜੇ ਨੈਗੇਟਿਵ ਲੋਕ ਨੇ, ਪਰ ਸੋਲਿਊਸ਼ਨਸ is the most important thing। I know the problems and I know the solution। Therefore this is a long drawn out 17 years of experience Punjab model। It is not my model, it is a model which belongs to every Punjabi। It is a model which, as much as it is mine, it is Jaiveer's, it is yours, it is Paji's। Therefore the first point that out of 17 years of experience the Congress vision has come out with is governance reforms। Giving the power of the people back to the people, honoring the spirit of the constitution, empowering the vision of Shri Rajiv Gandhi। 12,570 ਪਿੰਡਾਂ ਦੇ ਕੋਲ 170 ਪਾਵਰਾਂ ਨੇ, 11 ਟੈਕਸਿਸ ਲੈਵੀ ਕਰਨ ਦੀਆਂ ਪਾਵਰਾਂ ਨੇ, ਉਹ ਸਾਰੀਆਂ ਪੰਚਾਇਤ ਸੈਕਟਰੀਆਂ ਕੋਲ, ਤੇ ਇੱਥੇ ਇੱਕ ਛੋਟੀ ਜੀ ਮਿਨਿਸਟਰੀ ਦੇ ਕੋਲ, ਤੇ ਉਸ ਤੋਂ ਬਾਅਦ ਇੱਕ ਮਿਨਿਸਟਰ ਦੇ ਕੋਲ, ਚੀਫ ਮਿਨਿਸਟਰ ਦੇ ਕੋਲ ਕੈਦ ਨੇ। ਅਸੀਂ ਅੱਜ ਤੱਕ ਪੰਚਾਇਤੀ ਰਾਜ ਨੂੰ ਸਵਰਾਜ ਨਹੀਂ ਦੇ ਸਕੇ। ਅਸੀਂ ਉਸ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ। ਇਟ ਇਜ਼ ਕਾਲਡ ਦੀ 73rd amendment।
ਜਿਹੜੀ ਨਰਸਿਮਹਾ ਰਾਓ ਜੀ ਨੇ ਕੀਤੀ ਸੀ। The 74th amendment is municipalities। ਮੁਨਸਪੈਲਿਟੀਆਂ ਨੂੰ ਸਰਕਾਰ ਟੋਟੇ ਦੇ ਕੇ ਪਾਲਦੀ ਹੈ, ਉਹਨਾਂ ਦੀ ਆਤਮ ਨਿਰਭਰਤਾ, ਉਹਨਾਂ ਦੀ ਖੁਦ ਮੁਖਤਿਆਰੀ ਖਤਮ ਕੀਤੀ ਹੋਈ ਹੈ। ਸੋ when you look at the government, ਸਾਡਾ ਜਿਹੜਾ ਮਨ ਹੈ, ਸਾਡਾ ਜਿਹੜਾ ਦਿਲ ਹੈ, ਉਹ ਆਊਟਸੋਰਸ ਕਰ ਦਿੱਤਾ ਹੈ। ਸਾਡੀ ਜਿਹੜੀ ਇਕਨੋਮੀ ਆ ਉਹ ਠੇਕੇਦਾਰਾਂ ਦੇ ਕੋਲ ਗਿਰਵੀ ਰੱਖ ਦਿੱਤੀ ਹੈ। ਪੰਜਾਬ ਮਾਡਲ changes all this with the Jitega Punjab Commission। The Jitega Punjab Commission will be the mind of the government, work as principal policy advisory and think tank on the lines of Nehruji's Planning Commission, will advise each department of the government and even give policy advice to MLAs. Punjab Assembly will be convened for at least 100 days। Punjab ਦੀ ਅਸੈਂਬਲੀ ਘੱਟ ਤੋਂ ਘੱਟ ਵੀ 100 ਦਿਨ ਚੱਲੇਗੀ। ਇਹ ਨਹੀਂ ਵੀ 6 ਮਹੀਨਿਆਂ ਬਾਅਦ 2 ਦਿਨ ਚੱਲੀ, ਇੱਕ ਦਿਨ ਵਿਚਰੀ ਤੇ ਦੂਜੇ ਦਿਨ ਚੀਫ ਮਿਨਿਸਟਰ ਦੀ ਇੱਕ ਮਾੜੀ ਜਿਹੀ ਸਪੀਚ ਦਿਖਾਤੀ ਤੇ ਬਾਕੀ ਕੋਈ ਬੋਲਣ ਲੱਗਿਆ ਤੇ ਬੱਤੀ ਗੁੱਲ। ਟੀਵੀ ਹੋਏਗਾ ਇੱਕ ਸਰਕਾਰੀ, ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਭਾਈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਰਾਜ ਸਭਾ ਔਰ ਰਾਜ ਸਭਾ ਦੇ ਨਾਲ ਲੋਕ ਸਭਾ ਚੱਲਦੀ ਹੈ ਔਰ ਸਾਰੀ ਦੁਨੀਆ ਦੇਖ ਸਕਦੀ ਹੈ, ਉਸ ਤਰ੍ਹਾਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਵਿਧਾਨ ਸਭਾ ਚੱਲੇਗੀ ਜੀ। ਇਹਦੇ ਨਾਲ ਨਾਲ ਜਿਹੜੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਹੈ, ਜਿਹੜੀ ਇੱਕ ਮੁੱਖ ਮੰਤਰੀ ਦੇ ਹੱਥ 'ਚ ਹੀ ਰਹਿ ਗਈ। ਜਿਹੜੀ ਲੈਜਿਸਲੇਚਰ ਦੀ ਬਿਲਿਟਲਿੰਗ ਹੈ, ਲੋਕਾਂ ਨੇ MLA ਚੁਣੇ ਸੀ, MP ਚੁਣੇ ਸੀ, ਲੋਕਾਂ ਨੇ ਅਫਸਰ ਨਹੀਂ ਸੀ ਚੁਣੇ। ਔਰ ਅਫਸਰਾਂ ਦੇ ਹੱਥਾਂ ਦੇ ਵਿੱਚ ਅਗਰ MLA ਖੇਲਣਗੇ ਔਰ ਮਾਈਂਡ ਸਾਡਾ ਆਊਟਸੋਰਸ ਹੋ ਜਾਏਗਾ ਔਰ ਬਾਹਰ ਚੋਂ ਵੱਡੀਆਂ ਵੱਡੀਆਂ ਕੰਪਨੀਆਂ ਅਨਸਟਨ ਯੰਗ ਫਲਾਨਾ ਟਮਕਾਨਾ ਕਾਨੂੰਨ ਬਣਾ ਕੇ MLA ਦੇ ਹੱਥ 'ਚ ਦੇਣਗੇ 3 ਮਿੰਟ ਪਹਿਲਾਂ, ਤੇ ਉਹ ਅੱਧੇ ਘੰਟੇ ਬਾਅਦ ਪਾਸ ਹੋ ਜਾਣਗੇ। ਤੇ ਇਹ ਬਹੁਤ ਵੱਡੀ ਤਰਾਸਦੀ ਹੈ। Therefore, ਜਿਹੜੀ ਵੀ ਡੀਸੈਂਟਰਲਾਈਜੇਸ਼ਨ ਅਸੀਂ ਕਰ ਸਕਦੇ ਹਾਂ ਉਹ ਕਰਾਂਗੇ। ਔਰ ਸਰਕਾਰ ਜਿਹੜੀ ਹੈ ਉਹ ਲੋਕਾਂ ਦੇ ਦੁਆਰ ਜਾਏਗੀ। ਇਟਸ ਅ ਵੈਰੀ ਸਿੰਪਲ ਲਾਈਨ ਬਟ ਇਟ ਸੇਜ਼ ਇਟ ਆਲ। ਮੈਂ ਇੱਕ ਮੁੱਖ ਮੰਤਰੀ ਕੋਲ ਗਿਆ ਸੀ, ਸੈਕਟਰੀਏਟ ਖਾਲੀ ਪਿਆ ਭਾਜੀ, ਤੇ ਮੈਂ ਉਹਨੂੰ ਕਿਹਾ ਮਹਾਰਾਜ ਇੱਥੇ ਤਾਂ ਕਾਂ ਬੋਲਦੇ ਆ, ਚੱਕਰ ਕੀ ਹੈ? ਉਹ ਕਹਿੰਦਾ भैया लोग सरकार के पास नहीं आते, यहाँ सरकार लोगों के पास चलती। इट्स अ फैंटास्टिक आइडिया। ਉਹਦਾ ਤਰੀਕਾ ਹੈ ਕਿ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ, ਡਿਜੀਟਲ ਪੰਜਾਬ। ਕਿਉਂ ਆਵੇ ਭਾਈ ਕੋਈ ਮਿਊਨਿਸਪੈਲਿਟੀ ਦੇ ਵਿੱਚ ਤੇ ਕਿਉਂ ਲਵੇ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਲਾਇਸੈਂਸ, ਹਾਂਜੀ ਨਕਸ਼ੇ, ਕਿਉਂ ਧੱਕੇ ਖਾਵੇ? ਕਿਉਂ ਬੰਦਾ ਅੰਮ੍ਰਿਤਸਰੋਂ ਜਲੰਧਰੋਂ ਸਿੱਧਾ ਚੰਡੀਗੜ੍ਹ ਜਾਵੇ ਤੇ ਉੱਥੇ 3 ਕਰੋੜ ਦੇ ਕੇ CLU ਪਾਸ ਕਰਾਵੇ? ਇਹ ਕਿਉਂ ਹੈ? ਕਿਉਂ ਬੰਦਾ ਥਾਣਿਆਂ 'ਚ ਜਾ ਕੇ ਇੱਕ ਖਸਰੇ ਨੰਬਰ ਦੇ ਉੱਤੇ 4-4 ਪਲਾਟ ਵਿਕੇ ਹੋਣ ਤੇ ਉਸ ਭੰਬਲ ਭੂਸੇ 'ਚ ਪਵੇ? ਕਿਉਂ ਮਾਂ ਕਵੇ ਵੀ ਪੁੱਤਰਾ ਤਹਿਸੀਲਦਾਰ ਨਹੀਂ ਲੱਗਣਾ, ਤੂੰ ਪਟਵਾਰੀ ਲੱਗ, ਤੇਰੀ ਮੌਜ ਨਾਲੇ ਮੇਰੀ ਮੌਜ? ਕਿਉਂ ਨਾ ਪੰਜਾਬ ਦਾ ਮਾਸਟਰ ਪਲਾਨ ਖਸਰੇ ਨੰਬਰਾਂ ਦੇ ਉੱਤੇ ਪੂਰੀ ਤਰ੍ਹਾਂ ਸੁਪਰ ਇੰਪੋਜ਼ ਹੋਵੇ ਤੇ ਘਰੇ ਬੈਠ ਕੇ ਤੁਸੀਂ ਖਸਰਾ ਨੰਬਰ ਲੈ ਸਕੋ, ਆਪਣਾ ਫਰਦਾ ਲੈ ਸਕੋ, ਇੰਤਕਾਲ ਲੈ ਸਕੋ ਔਰ ਹਰ ਚੀਜ਼ ਨੂੰ ਲੈ ਸਕੋ। ਇਟਸ ਅ ਡੂਏਬਲ ਥਿੰਗ। ਆਲਮੋਸਟ 70% of the states in India and the world over run on digital portals. Why should an NRI come and be hassled over here? And why not sit in America, go to a single window system, and through that single window system get his policy cleared and come and invest over here? क्यों पैसे दवे, क्यों ब्यूरोक्रेसी को धक्के खावे ते क्यों अफसरशाही ਉਹਦਾ ਸਾਫਾ ਉਹਦੇ ਗਲ 'ਚ ਪਾਵੇ? Therefore we talk of digital Punjab and the next is the biggest point। ਪੰਜਾਬ ਦੇ law and order ਦੇ ਮਸਲਿਆਂ ਨੂੰ ਛੱਡ ਕੇ ਪੰਜਾਬ ਦੇ ਹਰ ਮਸਲੇ ਦਾ ਹੱਲ ਇਨਕਮ ਹੈ। ਇਨਕਮ ਸਰਕਾਰ ਦੇ ਰਿਸੋਰਸਿਸ ਦੀ ਸਰਕਾਰ ਕੋਲ ਨਹੀਂ ਆਉਂਦੀ, ਨਿੱਜੀ ਜੇਬਾਂ ਜਾਂਦੀ ਹੈ। ਅਸੀਂ 1 ਲੱਖ ਕਰੋੜ ਰੁਪਏ ਦੀ ਐਡੀਸ਼ਨਲ ਇਨਕਮ, 1 ਲੱਖ ਕਰੋੜ ਰੁਪਏ ਦੀ
If you aim at the sun, you might hit the moon. But if you aim at the top of the tree, you'll never get off the ground. ਇਸ ਕਰਕੇ ਨਿਸ਼ਾਨਾ ਉੱਚਾ ਹੋਣਾ ਚਾਹੀਦਾ. Most failures stem from aiming too low. ਅਸੀਂ 1 ਲੱਖ ਕਰੋੜ ਦਾ ਏਮ ਲਿਖਿਆ. ਜੇ 30,000 ਕਰੋੜ ਦੀ ਇਨਕਮ ਆਊ ਤੇ 60,000 ਹੋ ਜੂ, 40 ਆਊ ਤੇ 80 ਹੋ ਜੂ, 20 ਆਊ ਤੇ 40 ਹੋ ਜੂ. It's a very simple mathematics. And when I talk of this, we will make corporations. Saab, ek liquor corporation on the lines of TASMAC. ਇੱਕੋ ਚੀਜ਼ ਸ਼ਰਾਬ ਐਸੀ ਹੈ, ਮੈਂ ਉਹਦੇ ਹੱਕ 'ਚ ਨਹੀਂ, ਪਰ ਜੇ ਵਿਕਦੀ ਹੈ ਤੇ ਪੈਸਾ ਸਟੇਟ ਦੇ ਖਜ਼ਾਨੇ ਜਾਣਾ ਚਾਹੀਦਾ ਹੈ. ਹੁਣ ਸ਼ਰਾਬ GST ਦੇ ਪਰਵਿਊ ਤੋਂ ਪਰੇ ਹੈ. ਇਟ ਡਸ ਨਾਟ ਕਮ ਅੰਡਰ ਦ ਪਰਵਿਊ ਆਫ GST. ਇਸ ਕਰਕੇ ਸ਼ਰਾਬ ਦੇ ਉੱਤੇ ਵੈਟ ਲੱਗ ਸਕਦਾ ਹੈ. ਇਸ ਕਰਕੇ ਸ਼ਰਾਬ ਤੋਂ ਤਾਮਿਲਨਾਡੂ 37,000 ਕਰੋੜ ਰੁਪਇਆ ਕਮਾਉਂਦਾ ਹੈ. 2002 ਦੇ ਵਿੱਚ ਉਹ 2,300 ਕਮਾਉਂਦੇ ਸੀ ਤੇ ਅਸੀਂ 2,000 ਕਰੋੜ ਕਮਾਉਂਦੇ ਸੀ. ਤੇ ਇਹਨਾਂ 20 ਸਾਲਾਂ ਦੇ ਵਿੱਚ ਉਹ 37,500 ਕਰੋੜ ਰੁਪਇਆ ਕਮਾਉਂਦੇ ਆ ਤੇ ਅਸੀਂ 3 ਤੋਂ 4,000 ਕਰੋੜ, ਅਸੀਂ 500 ਕਰੋੜ ਲਈ ਲੜਦੇ ਹਾਂ. ਤੇ ਉਹ 15% ਇਨਕਰੀਜ਼ ਹਰ ਸਾਲ, which means almost 2,000 crores every year, and they employ more than 50,000 people. 50,000 ਬੰਦਿਆਂ ਨੂੰ ਉਹ 300 ਕਰੋੜ ਦਿੰਦੇ ਆ. ਔਰ ਮੈਂ ਜਦੋਂ ਇਹ ਡਬਲ ਕਰਨ ਦੀ ਗੱਲ ਕਰਦਾ ਤੇ ਤੁਸੀਂ ਇਹ ਸਮਝ ਲਓ ਕਿ ਅਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹਾਂ, ਫਿਰ ਉਹਦੇ ਤੇ ਸੂਦ ਮੋੜ ਰਹੇ ਹਾਂ. ਤੇ ਜਦੋਂ ਸਟੇਟ ਦੀ ਆਪਦੀ ਇਨਕਮ ਹੋਈ ਤੇ ਤੁਸੀਂ ਸੈਂਟਰ ਦੀਆਂ ਸਕੀਮਾਂ 'ਚ ਪਾਓ CSS, ਤੇ ਜੇ 40 ਪਾਓਗੇ, 40 ਕਰੋੜ ਪਾਓਗੇ ਤੇ 60 ਕਰੋੜ ਮਿਲੇਗਾ. ਤੇ ਜੇ 50-50 'ਚ ਪਾਓਗੇ ਤੇ ਤੁਸੀਂ 50 ਕਰੋੜ ਪਾਓਗੇ ਤੇ ਤੁਹਾਨੂੰ 100 ਕਰੋੜ ਮਿਲੇਗਾ. Therefore, if you have an income, state income of, let's say, 30,000 crores, करीब 20 ਤੋਂ 25,000 ਕਰੋੜ ਰੁਪਈਆ L1 ਲਾਇਸੈਂਸ ਲਾ ਲਓ, ਵੈਟ ਲਾ ਲਓ, ਤੇ ਸ਼ਰਾਬ ਦੇ ਉੱਤੇ ਕੰਟਰੋਲ ਅਗਰ ਸਟੇਟ ਦਾ ਹੋਏ ਡਿਸਟਿਲਰੀਆਂ ਤੋਂ ਸਾਰੀਆਂ, ਤੇ ਕਰੀਬ 20 ਤੋਂ 25,000 ਕਰੋੜ ਉੱਥੋਂ ਲਾਓ, 3,000 ਕਰੋੜ ਰੁਪਈਆ ਰੇਤੇ ਤੋਂ, 5,000 ਕਰੋੜ ਰੁਪਈਆ ਰੈਗੂਲੇਟਰੀ ਕਮਿਸ਼ਨ ਔਨ ਕੇਬਲ, 1,000-1,500 ਕਰੋੜ ਰੁਪਈਆ from transport. Therefore, when you look at this 30,000 crores, there is an additional 18,000 that comes from tax compliances. ਅਸੀਂ 18 ਤੋਂ 20,000 ਕਰੋੜ ਰੁਪਇਆ ਟੈਕਸ ਕੰਪਲਾਈਂਸਿਸ ਤੇ ਛੱਡ ਦੇਂਗੇ. ਹੁਣ ਜੇ ਤੁਸੀਂ ਇਹਨੂੰ 50 ਨੂੰ ਡਬਲ ਕਰਨਾ ਹੈ 50 ਡਬਲ ਕਰ ਲਓ, 40 ਨੂੰ ਕਰਨਾ 40 ਡਬਲ ਕਰ ਲਓ, ਪਰ ਇਹ ਡਬਲ ਹੈ. ਲੇਕਿਨ ਅਸੀਂ ਕਰਜ਼ੇ ਲੈ ਕੇ ਅੱਧੇ ਤੋਂ ਵੀ ਘੱਟ ਦਿੰਦੇ ਹਾਂ ਔਰ ਪੰਜਾਬ ਸਟੇਟ ਬੈਂਕਰਪਸੀ ਦੀ ਕਗਾਰ ਦੇ ਉੱਤੇ ਖੜਾ ਹੈ. ਹੁਣ ਇਹ ਇੱਕ ਲਿਕਰ ਕਾਰਪੋਰੇਸ਼ਨ, ਇੱਕ ਸੈਂਡ ਮਾਈਨਿੰਗ, ਇੱਕ ਲੌਂਗ ਰੂਟ ਬੱਸਿਸ only for PRTC and PANBUS, and will give short route permits to youth in every village. And after doing that, ਅੱਜ 3,000 ਸਾਡੇ ਕੋਲ ਪਰਮਿਟ ਹੈ ਤੇ 8,000 ਬੱਸਾਂ ਚੱਲਦੀਆਂ. ਇਹ ਕਰਨ ਦੇ ਬਾਵਜੂਦ ਸਾਡੇ ਕੋਲ 1,500 ਕਰੋੜ ਰੁਪਇਆ ਹੋਊਗਾ. ਅੱਜ ਤੋਂ ਸਾਲ ਪਹਿਲਾਂ ਤਾਂ ਲੱਖੀ ਬਣਾਉਂਦਾ ਸੀ ਟਾਈਮ ਟੇਬਲ, ਲੇਕਿਨ ਟਾਈਮ ਟੇਬਲ ਵੀ ਔਨ ਦ ਡਿਜੀਟਲ ਪੋਰਟਲ ਹੋਏਗਾ. ਤੁਸੀਂ ਬੁਕਿੰਗ ਕਰਾਉਣੀ ਹੈ, ਘਰੇ ਬੈਠੇ ਆਪਣੀ ਬੁਕਿੰਗ ਕਰਾਓ, ਬੱਸ 'ਚ ਆ ਕੇ ਸਿੱਧਾ ਚੜ੍ਹ ਜਾਓ. ਠੀਕ ਹੈ ਜੀ. ਉਸ ਤੋਂ ਬਾਅਦ ਆਊਟਡੋਰ ਐਡਵਰਟਾਈਜ਼ਿੰਗ ਪਾਲਿਸੀ. ਇਹਦਾ ਸਿੱਧਾ ਪ੍ਰਮਾਣ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਲੁਧਿਆਣੇ ਇੱਕ ਟੈਂਡਰ ਪਾਇਆ ਸੀ 50 ਲੱਖ, ਜਿੱਥੇ ਲੁਧਿਆਣਾ ਕਮਾਉਂਦਾ ਸੀ ਪਹਿਲੇ ਸਾਲ 37 ਕਰੋੜ ਆਇਆ ਸੀ. ਤੇ ਉਹ 37 ਕਰੋੜ ਘੱਟ ਹੈ ਕਿਉਂਕਿ ਕਾਟਲ ਸੀ, ਠੇਕੇਦਾਰੀ ਸੀ. ਇਹ ਠੇਕੇਦਾਰੀ ਤੋੜਨੀ ਹੈ, ਚਾਹੇ ਸ਼ਰਾਬ 'ਚ ਹੋਵੇ ਚਾਹੇ ਸੈਂਡ 'ਚ ਹੋਵੇ, ਕਿਉਂਕਿ ਜੇ ਠੇਕੇਦਾਰੀ ਹੈ ਤੇ ਚੀਫ ਮਿਨਿਸਟਰ ਭਾਵਾਂ ਕਿੰਨਾ ਹੀ ਕਹੀ ਜਾਏ ਵੀ ਜੀ ਇਹ ਘਟ ਗਿਆ ਹੱਥ ਠੇਕੇਦਾਰ ਕੋ ਕਹੋ ਤੁਸੀਂ ਘਟਾ ਲਓ, ਮੇਰੇ ਕੋਲ ਤਾਂ ਸਾਲ ਦਾ ਠੇਕਾ ਹੈ. Therefore, the cartels have to be broken, and somewhere down the line, ਅਸੀਂ ਆਊਟਡੋਰ ਪਾਲਿਸੀ ਚੋਂ, ਚਾਹੇ ਉਹ ਬੱਸ ਸਟੈਂਡ ਹੋਣ, ਕੀਓਸਕਸ ਹੋਣ, ਬੱਸਾਂ ਦੇ ਪਿੱਛੇ ਜਿੱਥੇ ਇੰਡੀਵਿਜੂਅਲਸ ਦੀ ਫੋਟੋ ਲੱਗੀ ਹੁੰਦੀ ਹੈ, ਉੱਥੇ ਤੁਸੀਂ ਉਹਨੂੰ ਸੇਲ ਕਰਕੇ 1,000 ਕਰੋੜ ਰੁਪਈਆ we will get out of the outdoor advertising policy. And this is doable. What I'm saying is less, we can do more. The biggest room in this world is the room for improvement. ਅੱਗੇ ਆ ਜਾਓ ਜੀ, ਕੋਆਪਰੇਟਿਵਸ. ਕੋਆਪਰੇਟਿਵ ਚਾਹੇ ਅਮੁਲ ਦਾ ਹੋਵੇ ਚਾਹੇ ਵੇਰਕੇ ਦਾ ਹੋਵੇ, ਛੋਟੇ ਵਪਾਰੀ ਨੂੰ, ਛੋਟੇ ਕਿਸਾਨ ਨੂੰ ਤੇ ਛੋਟੇ ਦੁੱਧ ਵੇਚਣ ਵਾਲੇ ਨੂੰ ਉਹ ਆਪਣੀ ਕੀਮਤ ਵਸੂਲ ਕਰਾ ਲੈਂਦਾ ਹੈ. ਚਾਹੇ ਕੋਈ 1000 ਲੀਟਰ ਦੁੱਧ ਪਾਉਂਦਾ ਹੋਵੇ, ਚਾਹੇ ਕੋਈ 2 ਲੀਟਰ ਦੁੱਧ ਪਾਉਂਦਾ ਹੋਵੇ, ਪ੍ਰਾਈਸ ਹਰੇਕ ਦੀ ਇੱਕ ਹੈ. ਚਾਹੇ ਕਿਸਾਨ ਹੋਵੇ,
ਇਹ ਕੋਆਪਰੇਟਿਵਾਂ ਦੀ ਤਾਕਤ IAS ਅਫਸਰਾਂ ਦੇ ਹੱਥ 'ਚ ਦਿੱਤੀ ਹੋਈ ਹੈ, ਰਜਿਸਟਰਾਰਾਂ ਦੇ ਹੱਥ 'ਚ ਦਿੱਤੀ ਹੋਈ ਹੈ। ਸਾਡੀ ਸਰਕਾਰ ਅਗਰ ਆਉਂਦੀ ਹੈ ਤੇ ਇਹ ਸਾਰੀ ਦੀ ਸਾਰੀ ਤਾਕਤ ਜਾਂ ਕਿਸਾਨ ਕੋਲ ਹੋਏਗੀ, ਜਾਂ ਦੁੱਧ ਵੇਚਣ ਵਾਲਿਆਂ ਕੋਲ ਹੋਊਗੀ, ਜਾਂ ਜਿਹੜਾ ਵੀ ਕੋਆਪਰੇਟਿਵ ਬਣਾਏਗਾ ਉਹਨਾਂ ਲੋਕਾਂ ਦੇ ਹੱਥ 'ਚ ਹੋਊਗੀ, ਬਿਊਰੋਕ੍ਰੇਸੀ ਦੇ ਹੱਥ 'ਚ, ਰਜਿਸਟਰਾਰਾਂ ਦੇ ਹੱਥ 'ਚ ਨਹੀਂ ਹੋਏਗੀ। ਦੈਟ ਆਈ ਪ੍ਰੋਮਿਸ ਯੂ। ਉਸ ਤੋਂ ਬਾਅਦ ਕੇਬਲ ਰੈਗੂਲੇਟਰੀ ਕਮਿਸ਼ਨ, ਕੇਬਲ ਦੀ ਜਿਹੜੀ ਤਾਕਤ ਹੈ ਉਹ ਇੱਕ ਬੰਦੇ ਦੇ ਕੋਲ ਮੋਨੋਪੋਲੀ ਬਣਾ ਕੇ ਦਿੱਤੀ ਹੋਈ ਹੈ, ਜੁਝਾਰ ਦੇ ਕੋਲ। ਜੁਝਾਰ ਸੁਖਬੀਰ ਦਾ ਦਲਾਲ ਹੈ। ਉਹਨੇ ਇੱਕ ਵੀ ਪੰਜੀ ਉਹਨੇ ਸਟੇਟ ਨੂੰ ਨਹੀਂ ਦਿੱਤੀ। ਉਹ ਮੋਨੋਪੋਲੀ ਬਣਾਈ ਬੈਠਾ। ਉਹ ਹਰੇਕ ਨੂੰ ਬਲੈਕਮੇਲ ਕਰਦਾ ਹੈ। ਵੱਡੇ ਵੱਡੇ ਚੈਨਲਾਂ ਨੂੰ ਕਹਿੰਦਾ ਓਏ ਇੰਨੇ ਕਰੋੜ ਦੇ ਦਿਓ, ਨਹੀਂ ਤੇ ਕੱਟ ਦਿਆਂਗੇ ਤੁਹਾਡੀ। ਉਹ ਸਮਝਦੇ ਹੋ? ਅਸੀਂ ਉਹਦੀ ਮੋਨੋਪੋਲੀ ਤੋੜਾਂਗੇ, 5 ਤੋਂ 7 MSO ਲਿਆਵਾਂਗੇ। ਜਿੱਦਣ 5 ਤੋਂ 7 MSO ਲਿਆਂਦੇ, ਕੇਬਲ 450 ਤੋਂ ਸਿੱਧੀ 200 ਤੇ ਆ ਗਈ ਵੱਜੇਗੀ। 200 ਨਹੀਂ ਆਊਗੀ, 225 ਆ ਜਾਏਗੀ। ਕੰਪੀਟੀਸ਼ਨ ਵਿਲ ਬ੍ਰਿੰਗ ਦ ਰੇਟ ਡਾਊਨ। ਉਹ ਕਹਿੰਦਾ 10,000 ਤੋਂ 20,000 ਟੈਲੀਵਿਜ਼ਨ ਨੇ ਪੰਜਾਬ 'ਚ, ਮੈਂ ਕਹਿੰਦਾ 2 ਕਰੋੜ ਨੇ। ਹੀ ਕੰਸੀਲਸ ਇਟ। ਉਹ ਕੰਸੀਲ ਕਰਕੇ ਟੈਕਸਾਂ ਦੀ ਚੋਰੀ ਕਰਦਾ। ਮੈਂ ਲਿਆਇਆ ਸੀਗਾ ਪਾਲਿਸੀ, ਮੈਂ ਕਾਨੂੰਨ ਲਿਆਇਆ ਸੀਗਾ ਵੀ ਇਹਦੇ ਕੰਪਿਊਟਰ ਨੂੰ ਮੈਨੂੰ ਹੱਥ ਪਾਉਣ ਦਿਓ ਤੇ ਇਹਦੀਆਂ ਮੈਂ ਪਤੀੜਾਂ ਪਾ ਦੂੰ ਤੇ ਹਜ਼ਾਰਾਂ ਕਰੋੜ ਰੁਪਈਆ ਮੈਂ ਸਟੇਟ ਨੂੰ ਲਿਆ ਕੇ ਦੇ ਦੂੰਗਾ। ਉਹ ਨਹੀਂ ਹੋਣ ਦਿੱਤਾ। ਜਿਹੜਾ ਸਾਡਾ ਪੁਰਾਣਾ ਮੁੱਖ ਮੰਤਰੀ ਸੀ, ਉਹਦਾ ਪਿਆਰ ਮੁਹੱਬਤ ਸੀ ਇਹੋ ਜਿਹੇ ਸਾਰੇ ਲੋਕਾਂ ਨਾਲ, ਉਹਦੀ 28-29 ਵੀ ਸੀ, ਉਹਦਾ 75-25 ਵੀ ਸੀ। ਇਸ ਕਰਕੇ ਉਹਨੇ ਹੋਣ ਨਹੀਂ ਦਿੱਤਾ। ਚਲੋ ਰੱਬ ਉਹਦਾ ਭਲਾ ਕਰੇ, ਵੈਸੇ ਹੋਣਾ ਹੈ ਨਹੀਂ। ਅੱਗੇ ਆਓ ਜੀ, ਕਿਸਾਨੀ। ਇਹ ਮੇਰੇ ਹੱਥ ਦਾ ਜਿਵੇਂ ਆਈ ਨੋ ਇਟ ਲਾਈਕ ਦ ਬੈਕ ਆਫ ਮਾਈ ਪਾਮ, ਬਿਕੋਜ਼ 17 ਸਾਲ ਇਹੀ ਸੁਪਨਾ ਜਿਉਂਦਾ ਰਿਹਾ ਮੈਂ। ਔਰ ਪਿਛਲੇ 2-3 ਸਾਲ ਤਾਂ ਜਦੋਂ ਕੈਪਟਨ ਨਾਲ ਖੜਕਦੀ ਸੀ ਤੇ ਵਿਹਲਾ ਵੀ ਰਿਹਾ, ਤੇ ਉਦੋਂ ਇਹੀ ਕੁਝ ਚੱਲਦਾ ਰਿਹਾ। ਦੇਅਰਫੋਰ ਇਹ ਕੰਮ ਆਏਗਾ ਬਹੁਤ। ਫਾਰਮਰਾਂ ਦੀ ਜਿੱਥੇ ਤੱਕ ਗੱਲ ਆਉਂਦੀ ਹੈ, ਅੱਜ ਪਾਰਟੀਆਂ ਕਿਸੇ ਤਾਕਤ ਲਈ ਜੂਝ ਰਹੀਆਂ ਨੇ ਕਿ ਭਾਈ ਤੁਸੀਂ ਸਾਨੂੰ ਤਾਕਤ ਦਿਓ, ਅਸੀਂ ਤੁਹਾਡਾ ਭਲਾ ਕਰਾਂਗੇ। ਭਾਈ ਸੈਂਟਰ ਵੱਲ ਕਦ ਤੱਕ ਦੇਖੀ ਜਾਵਾਂਗੇ? ਸੈਂਟਰ ਨੇ 3 ਕਾਲੇ ਕਾਨੂੰਨ ਅਗਰ ਵਾਪਸ ਵੀ ਕਰਾ ਲਏ ਤੁਸੀਂ ਗਲ 'ਚ ਗੂਠਾ ਦੇ ਕੇ, ਤੇ ਫਾਰਮਰ ਦੀ ਪੋਜੀਸ਼ਨ ਕਿੱਦਾਂ ਬਿਹਤਰ ਹੋਗੀ ਜੀ? ਇਸ ਤੋਂ ਪਿਛਲੇ ਸਾਲ ਜੂਨ ਦੇ ਵਿੱਚ ਆ ਕੇ ਖੜੇ ਹੋ ਗਏ ਆ। ਇੱਕ ਟਾਈਮ ਤੇ 8,000 10,000 ਖੁਦਕੁਸ਼ੀਆਂ ਹੋਈਆਂ, ਉਸ ਤੋਂ ਬਾਅਦ ਫੇਰ 10,000 ਹੋਈਆਂ। ਫਾਰਮਰ ਦੀ ਪ੍ਰੋਬਲਮ ਹੈ ਵੱਧ ਰਹੀ ਲਾਗਤ, ਘਟ ਰਹੀ ਪ੍ਰੋਡਕਟਿਵਿਟੀ ਤੇ ਘਟ ਰਹੀ ਆਮਦਨ। ਸੈਂਟਰ ਦੀਆਂ ਸਰਕਾਰਾਂ ਕਹਿੰਦੀਆਂ ਰਹੀਆਂ ਡਬਲ ਕਰ ਦਿਆਂਗੇ, ਨਹੀਂ ਹੋਈ। ਮੈਂ ਕਹਿੰਦਾ ਤੁਸੀਂ ਤਾਕਤ ਜਿਹੜੀ ਸਟੇਟ ਨੂੰ ਦਿੱਤੀ, ਉਹ ਸਟੇਟ ਦੀ ਤਾਕਤ ਫਾਰਮਰ ਨੂੰ ਕਿਵੇਂ ਬਿਹਤਰ ਕਰ ਸਕਦੀ ਹੈ, ਇਹ ਸਵਾਲ ਹੈ। What can Punjab do with the powers that people have given them? ਸਿੱਧੀ ਗੱਲ, ਪੰਜਾਬ ਸਰਕਾਰ ਅਗਰ ਕਾਂਗਰਸ ਦੀ ਸਰਕਾਰ ਆਈ, ਅਸੀਂ ਦਾਲਾਂ ਤੇ ਆਇਲ ਸੀਡਸ ਤੇ ਮੱਕੀ ਦੇ ਉੱਤੇ ਪਨਸਬ ਪਨਗ੍ਰੇਨ ਤੇ ਮਾਰਕਫੈਡ ਤੋਂ ਪ੍ਰੋਕਿਉਰਮੈਂਟ ਕਰਾਂਗੇ ਜੀ। MSP ਦੇਵਾਂਗੇ ਲੀਗਲੀ ਔਰ ਠੋਕ ਕੇ ਦੇਵਾਂਗੇ। 75,000 ਕਰੋੜ ਰੁਪਏ ਦੇ ਆਇਲਸ, ਚਾਹੇ ਸੂਰਜਮੁਖੀ ਦਾ ਤੇਲ ਹੋਵੇ, ਚਾਹੇ ਸਰੋਂ ਦਾ ਤੇਲ ਹੋਵੇ, ਚਾਹੇ ਹੋਰ ਐਡੀਬਲ ਆਇਲਸ ਨੇ, ਇੰਡੀਅਨ ਗਵਰਨਮੈਂਟ ਇੰਪੋਰਟ ਕਰਦੀ ਹੈ। ਜੇ ਦਾਲਾਂ ਲਾ ਲਓ ਤੇ 1 ਲੱਖ ਕਰੋੜ ਰੁਪਏ ਦੀਆਂ ਦਾਲਾਂ ਤੇ ਇਹੀ ਤੇਲ ਇੰਪੋਰਟ ਹੁੰਦੇ ਆ। ਦੇਅਰਫੋਰ ਆਟਾ ਦਾਲ ਸਕੀਮ ਦੇ ਲਈ ਕਰੀਬ 500-700 ਕਰੋੜ ਰੁਪਏ ਦੀਆਂ ਦਾਲਾਂ ਅਸੀਂ ਇੰਪੋਰਟ ਕਰਦੇ ਹਾਂ। ਅਸੀਂ ਉਹ 500-700 ਕਰੋੜ ਰੁਪਏ ਸਾਈਡ ਤੇ ਰੱਖਾਂਗੇ। ਅਸੀਂ ਕਰਜ਼ੇ ਲੈ ਕੇ ਟਿਊਬਵੈੱਲ ਲਾਉਂਦੇ ਹਾਂ, ਪਾਣੀ ਘਟਾਉਂਦੇ ਹਾਂ, ਡਾਰਕ ਜ਼ੋਨ ਪੰਜਾਬ ਦੇ ਵਿੱਚ ਬਣਾਉਂਦੇ ਹਾਂ, ਤੇ ਪੱਲੇ ਕਿਸੇ ਦੇ ਕੁਝ ਨਹੀਂ ਪੈਂਦਾ। ਇਸ ਕਰਕੇ ਅੱਜ ਇੰਡੀਅਨ ਗਵਰਨਮੈਂਟ ਨੂੰ ਵੀ ਸਾਡੀ ਇੰਨੀ ਲੋੜ ਨਹੀਂ, ਕਿਉਂਕਿ ਉਹਨਾਂ ਨੂੰ ਸਸਤਾ ਚਾਵਲ, ਸਸਤੀ ਕਣਕ ਮੱਧ ਪ੍ਰਦੇਸ਼ ਔਰ ਹੋਰਾਂ ਥਾਵਾਂ ਤੋਂ ਮਿਲਦੀ ਹੈ। ਇਸ ਲਈ ਯੂਜ਼ ਔਰ ਥਰੋ ਵਾਲੀ ਪਾਲਿਸੀ ਉਹਨਾਂ ਨੇ ਸਾਡੇ ਵਾਲੇ ਪਾਸੇ ਨੂੰ ਲੈ ਆਂਦੀ ਹੈ। ਇਸ ਕਰਕੇ ਵੀ ਵਾਂਟ ਡਾਇਵਰਸਿਫਿਕੇਸ਼ਨ। ਤੇ ਜੇ ਚੌਲ ਉਗਾਉਣੇ ਵੀ ਨੇ ਅਸੀਂ, ਤੇ ਫਿਰ ਚੌਲ ਨਹੀਂ 8% ਖਾਂਦੇ ਹਾਂ ਅਸੀਂ ਚੌਲ ਸਿਰਫ, ਫਿਰ ਚੌਲਾਂ ਦੇ ਡੈਰੀਵੇਟਿਵ ਆਉਣਗੇ। ਦੀ ਡੈਰੀਵੇਟਿਵ ਇੰਡਸਟਰੀ ਇਨ ਦੀ ਵਰਲਡ ਟੁਡੇ is an $80 billion industry.
ਜਿਹਦਾ ਪੰਜਾਬ 0.1% ਵੀ ਨਹੀਂ ਕਮਾਉਂਦਾ। 1 ਬਿਲੀਅਨ 'ਚ 100 ਕਰੋੜ ਹੁੰਦਾ। ਤੁਸੀਂ ਅੰਦਾਜ਼ਾ ਲਾਓ $80 ਬਿਲੀਅਨ ਦੀ ਇੰਡਸਟਰੀ ਹੈ, ਡੈਰੀਵੇਟਿਵ ਇੰਡਸਟਰੀ। ਮਤਲਬ ਚੌਲਾਂ ਤੋਂ ਤੁਸੀਂ ਰਾਈਸ ਬ੍ਰੈਨ ਬਣਾਓ, ਰਾਈਸ ਪ੍ਰੋਟੀਨ ਬਣਾਓ, ਰਾਈਸ ਫੈਟ ਬਣਾਓ, ਰਾਈਸ ਫॉर ਕਾਸਮੈਟਿਕਸ, ਮੱਕੀ ਤੋਂ ਕੌਰਨਫਲੈਕਸ, ਇਸੇ ਤਰ੍ਹਾਂ ਵੀਟ ਤੋਂ। ਔਰ ਇਹ ਸਾਰੀ ਜਿਹੜੀ ਫੂਡ ਪ੍ਰੋਸੈਸਿੰਗ ਹੈ ਇਹ ਕੋਈ ਬਿਰਲਾ ਟਾਟਾ ਨਹੀਂ ਕਰੇਗਾ, ਇਹ ਪੰਜਾਬ ਦਾ ਯੂਥ ਕਰੇਗਾ, ਇਹ ਪੰਜਾਬ ਦਾ ਕਿਸਾਨ ਕਰੇਗਾ। ਐਂਡ ਇਟਸ ਅ ਵੈਰੀ ਸਿੰਪਲ ਇੰਡਸਟਰੀ। ਆਹ ਮੌਲਾਂ ਦੇ ਵਿੱਚ ਤੁਹਾਨੂੰ ਕੱਲਾ ਰਿਲਾਇੰਸ ਫਰੈਸ਼ ਨਹੀਂ ਮਿਲੇਗਾ, ਤੁਹਾਨੂੰ ਅਡਾਨੀ ਫਰੈਸ਼ ਨਹੀਂ ਮਿਲੇਗਾ, ਤੁਹਾਨੂੰ ਬਾਬਾ ਨਾਨਕ ਪੰਜਾਬ ਫਾਰਮਰ ਫਰੈਸ਼ ਮਿਲੇਗਾ। ਪੰਜਾਬ ਦੇ ਯੂਥ ਦਾ ਜਿਹੜਾ ਪ੍ਰੋਸੈਸਿੰਗ ਉਹ ਹੈ ਉਹ ਮਿਲੇਗਾ। ਐਂਡ ਇਟ ਇਜ਼ ਦੀ ਈਜ਼ੀਐਸਟ ਥਿੰਗ ਟੂ ਡੂ। ਲੇਕਿਨ ਜਿਹੜੀਆਂ ਸਰਕਾਰਾਂ ਨੇ, ਉਹਨਾਂ ਸਰਕਾਰਾਂ ਨੇ ਸਿਰਫ ਇੱਕੋ ਕੋਸ਼ਿਸ਼ ਕੀਤੀ ਹੈ ਵੀ 2 ਬੰਦਿਆਂ ਦੇ ਹੱਥ ਦੇ ਕੇ 2 ਕਰੋੜ ਮਾਰ ਦਿਓ। ਮੋਰ ਦੈਨ ਦੀ ਡੈਰੀਵੇਟਿਵ ਇੰਡਸਟਰੀ, ਦੀ ਮਾਰਕੀਟ ਇੰਟਰਵੈਂਸ਼ਨ ਸਕੀਮ ਵਿਚ ਦ ਗਵਰਨਮੈਂਟ ਆਫ ਇੰਡੀਆ ਗਿਵਸ, ਜੇ ਤੁਸੀਂ ਮੱਕੀ 1600 ਦੀ ਨਹੀਂ ਕਹੀ ਹੈ ਔਰ ਬਾਜ਼ਾਰ 'ਚ 1100 ਦੀ ਵਿਕੀ ਹੈ ਤੇ 500 ਰੁਪਈਆ ਜਿਹੜਾ ਗੈਪ ਹੈ that will be given. This is called the market intervention scheme. It's a demand driven scheme. Nobody will pay the money. Government of India ਉਹ ਪੈਸੇ ਦਿੰਦੀ ਹੈ। So we will make use of all that. And then ਉਸ ਤੋਂ ਬਾਅਦ storage. ਪੰਜਾਬ ਦੇ ਫਾਰਮਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੀ ਸਟੋਰੇਜ ਹੈ। ਜੋ 5 ਰੁਪਏ ਦਾ ਟਮਾਟਰ ਦੇ ਕੇ ਆਉਂਦਾ ਹੈ, ਪੈਰਿਸ਼ੇਬਲ ਕਮੋਡਿਟੀ ਹੈ, ਤੇ ਉਹ 5 ਦਾ ਵੀ ਨਹੀਂ ਲੈਂਦੇ, ਉਹ 4 ਦਾ ਲੈਂਦੇ ਆ। ਉਸੇ ਦਿਨ ਸ਼ਾਮ ਨੂੰ ਰਿਟੇਲ ਦੇ ਉੱਤੇ 25 ਦਾ ਵਿਕਦਾ, ਆੜਤੀਆ 25 ਦਾ ਵਿਕਦਾ, ਤੇ ਭਾਈ ਜੇ ਉਹਨੇ 2-3 ਮਹੀਨਿਆਂ ਬਾਅਦ ਲੈਣਾ ਉਹੀ ਤੇ ਉਹ 60-65 ਦਾ ਵਿਕਦਾ, ਕਿਉਂਕਿ ਉਹ ਅਡਾਨੀ ਦੇ ਕੋਲਡ ਸਟੋਰੇਜ ਚੋਂ ਆਉਂਦਾ। ਦੇਅਰਫੋਰ ਅਸੀਂ ਵੇਅਰ ਹਾਊਸਿੰਗ ਕਾਰਪੋਰੇਸ਼ਨ, ਜਿਹੜੀ ਮੇਰੀ ਘਰ ਵਾਲੀ ਮਿਲੀ ਉਹ ਤੋਂ ਬਾਅਦ ਰਾਜਕੁਮਾਰ ਵੇਰਕਾ ਸਾਹਿਬ ਕੋਲ ਸੀ, ਉਹ ਤਾਂ ਛੱਡਤੀ ਸੀ, ਉਹਦੇ 'ਚ ਅਸੀਂ ਕਿਸੇ ਨੂੰ ਵੀ ਕਣਕ ਔਰ ਜੀਰੀ ਦੀ ਸਟੋਰੇਜ ਦੇ ਲਈ ਅਲਾਉ ਕਰਾਂਗੇ ਔਰ 80% ਸਟੋਰੇਜ ਦਾ ਇਮੀਡੀਏਟਲੀ ਪੈਸਾ ਦੇ ਦੇਂਗੇ ਐਜ਼ ਲੋਨ। ਫਿਰ ਉਹ ਵੇਚੇ 3 ਮਹੀਨੇ ਨੂੰ, ਉਹ ਵੇਚੇ 6 ਮਹੀਨੇ ਨੂੰ। ਸਮਝਦੇ ਹੋ? ਇਹ ਬੇਸਿਕ ਕਿਸਾਨੀ ਦਾ ਪ੍ਰੋਗਰਾਮ ਹੈ। ਬਿਲਡਿੰਗ ਕੋਲਡ ਸਟੋਰੇजेस, ਕੋਆਪਰੇਟਿਵਸ ਇਜ਼ ਦ ਫਿਊਚਰ ਆਫ ਆਵਰ ਕਿਸਾਨੀ। ਉਸ ਤੋਂ ਬਾਅਦ ਆਉਂਦਾ ਵਿਮਨ ਐਮਪਾਵਰਮੈਂਟ, ਇਨਵੈਸਟਿੰਗ in the education of our future generation. ਬਹੁਤ ਫਰਕ ਹੈ ਕੇਜਰੀਵਾਲ ਤੇ ਨਵਜੋਤ ਸਿੱਧੂ 'ਚ। ਕੇਜਰੀਵਾਲ ਕਹਿੰਦਾ ਜੇ 18 ਤੋਂ ਉੱਤੇ ਹੋਈਆਂ ਤਾਂ ਹੀ ਦਊਂ, ਨਹੀਂ ਤੇ ਵੋਟ ਕੋਈ ਮਿਲਣੀ ਨਹੀਂ। ਮੈਂ ਕਹਿੰਦਾ ਕੋਈ 5ਵੀਂ ਪਾਸ ਕਰਦੀ ਹੈ ਤੇ 5000, ਕੋਈ 8ਵੀਂ ਪਾਸ ਕਰਦੀ ਹੈ ਤੇ 10000, 10ਵੀਂ ਪਾਸ ਕਰਦੀ ਹੈ ਤੇ 15000। ਆਖੇ ਜੀ ਪੈਸੇ ਕਿੱਥੋਂ ਆਉਣਗੇ? ਪੈਸੇ ਮਾਮੇ ਹੀਰ ਦਿਆ, ਇਹ ਜਿੰਨੇ ਮਾਫੀਏ ਵਾਲੇ ਨੇ ਇਹਨਾਂ ਦੀਆਂ ਜੇਬ ਚੋਂ ਕੱਢ ਕੇ ਆਣਗੇ ਤੇ ਡਬਲ ਹੋ ਜਾਣਗੇ। ਇਹ ਨਹੀਂ ਹੈ ਕਿ ਪੈਸੇ ਕਿੱਥੋਂ ਆਣਗੇ, ਪੈਸੇ ਜਿੱਥੋਂ ਆਣਗੇ ਉਹ ਸੈਂਟਰ ਦੀਆਂ ਸਕੀਮਾਂ ਦੇ ਵਿੱਚ ਜਾ ਕੇ ਡਬਲ ਹੋ ਜਾਣਗੇ। ਇਹ 5 ਲੱਖ ਕਰੋੜ ਦਾ ਕਰਜ਼ਾ ਜੇ ਤੁਸੀਂ 1 ਲੱਖ ਕਰੋੜ ਰੁਪਈਆ ਸਾਲ ਦਾ ਕੱਢਣ ਲੱਗ ਗਏ ਤੇ 30,000 ਕਰੋੜ ਵਾਪਸ ਜਾਊਗਾ, ਜਿਹੜਾ ਅੱਜ 25,000 ਕਰੋੜ ਸਾਲ ਦਾ ਚੜ੍ਹਦਾ ਹੈ। ਇਹ ਟ੍ਰੈਂਡ ਰਿਵਰਸ ਕਰ ਦਿਆਂਗੇ। ਇਹ ਅੱਜ ਤੱਕ ਕੋਈ ਨਹੀਂ ਕਰ ਸਕਿਆ। ਇਹ ਬਾਦਲਾਂ ਵੇਲੇ 15,000 ਸੀ, ਸਾਡੇ ਵੇਲੇ 22,000 ਹੋ ਗਿਆ। ਤੇ ਅੱਗੇ GST ਦੀ ਕੰਪਨਸੇਸ਼ਨ ਬੰਦ ਹੋਊਗੀ, 18,000 ਕਰੋੜ। ਜਿਹੜਾ 10 ਰੁਪਏ ਪੈਟਰੋਲ ਡੀਜ਼ਲ ਘਟਾਇਆ ਇਹਦਾ ਲੱਗੂ 8,000 ਕਰੋੜ। ਬਿਜਲੀ ਸਸਤੀ ਦਿੱਤੀ ਹੈ ਇਹਦਾ ਲੱਗੂ 5,000 ਕਰੋੜ। ਸਾਡੀਆਂ ਔਰਤਾਂ ਜਿਹੜੀਆਂ ਨੇ ਉਹਨਾਂ ਕੋਲ ਸਿਰਫ 1.8% ਰਜਿਸਟਰੀਆਂ 'ਚ ਮਾਲਕੀਅਤ ਹੈ, which is shameful. 1.8% girls have registry rights. ਭਾਈ ਮੇਰੀ ਤਾਂ ਜਿੰਨੀ ਪ੍ਰਾਪਰਟੀ ਹੈ 80% ਮੇਰੀ ਘਰ ਵਾਲੀ ਦੇ ਨਾਂ ਤੇ, ਤਾਂ ਹੀ ਰੋਹ ਪਾਉਂਦੀ ਉਹ। ਸੋ ਵਾਟ ਆਮ ਸੇਇੰਗ ਇਜ਼ ਕਿ ਇਹ ਜੋ ਵਿਮਨ ਐਮਪਾਵਰਮੈਂਟ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਬੰਦਾ ਰਜਿਸਟਰ ਕਰਾਊਗਾ ਕਿਸੇ ਕੁੜੀ ਦੇ ਨਾਮ ਦੇ ਉੱਤੇ, ਆਪਦੀ ਘਰ ਵਾਲੀ ਦੇ ਨਾਮ ਦੇ ਉੱਤੇ, ਮਾਈ ਭੈਣ ਦੇ ਨਾਮ ਦੇ ਉੱਤੇ, there will be no registration fees. ਕੋਈ ਰਜਿਸਟਰ, ਜਿਹੜੀਆਂ ਕਰੋੜਾਂ ਰੁਪਏ ਫੀਸ ਲੱਗਦੀ ਹੈ, there will be no registration fees. ਉਸ ਤੋਂ ਬਾਅਦ
2 ਲੱਖ ਇੰਟਰਸਟ ਤੋਂ ਵੀ ਵਿਲ ਕ੍ਰੀਏਟ ਸਕਿੱਲ ਡਿਵੈਲਪਮੈਂਟ। ਜਿੰਨੀਆਂ ਵੀ ਸਕਿੱਲ ਇੰਡਸਟਰੀਜ਼ ਨੇ ਇੱਥੇ ਪੰਜਾਬ 'ਚ ਉਹ ਸਭ ਧੰਦਾ ਕਰਨ ਵਾਲੇ ਆ। ਮੈਂ ਆਪ ਗਾਲਾਂ ਖਾਧੀਆਂ ਜਦੋਂ MP ਸੀ ਤੇ ਮੁੰਡੇ ਲੈ ਗਏ ਸੀ ਮੇਰੀ ਕਨਸਟੀਚੁਐਂਸੀ ਦੇ 4000 ਦੀ ਨੌਕਰੀ ਨਹੀਂ ਦਿੱਤੀ ਗਈ। ਉਹ ਸਭ ਧੰਦਾ ਹੈ। ਵੀ ਵਿਲ ਕ੍ਰੀਏਟ 23 state of the art skilling centers for men and women. And when it comes especially to women, whether it is embroidery, whether it is stitching, whether it is cloud cooking, home delivery systems, ਅਸੀਂ ਜਦੋਂ ਉਹਨਾਂ ਨੂੰ ਕਿਸੇ ਕਲਾ ਦੇ ਮਾਲਕ ਬਣਾ ਦੇਾਂਗੇ, ਜਦੋਂ ਉਹਨਾਂ ਕੋਲ ਇੱਕ ਡਿਗਰੀ ਆ ਜਾਏਗੀ of a skill, and it is skill and not strength which will govern your ship in the near future. ਜਦੋਂ ਉਹਨਾਂ ਕੋਲ ਕੋਈ ਵੀ ਕਲਾ ਆ ਜਾਏਗੀ, ਪੰਜਾਬ ਸਰਕਾਰ 2 ਲੱਖ ਤੋਂ 16 ਲੱਖ ਰੁਪਈਆ ਇੰਟਰਸਟ ਫ੍ਰੀ ਲੋਨਸ ਉਹਨਾਂ ਦੀ ਐਂਟਰਪ੍ਰੀਨਰਸ਼ਿਪ ਨੂੰ ਫੈਸਿਲਿਟੇਟ ਕਰਨ ਦੇ ਲਈ ਦੇਈ। On top, we are creating 23 clusters in the near future, ਜਿੱਥੇ ਇੱਕੋ ਤਰ੍ਹਾਂ ਦੇ ਬਿਜ਼ਨਸ ਆਉਣਗੇ। Fixed and regular salaries for ASHA workers, ਮਤਲਬ ਸਭ ਤੋਂ ਵੱਧ ਕੰਮ ਕਰਦੀਆਂ ਨੇ। ਕਰੀਬ 8000 for ਆਂਗਨਵਾੜੀ, 3000 for ASHA, and 4000 for Anganwadi helpers, and 2500 for midday workers. Fixed price. ਇਹ ਨਹੀਂ ਹੈ ਵੀ ਇੱਕ ਦਿਨ ਮਿਲੀ ਹੈ ਤੇ ਦੂਏ ਦਿਨ ਨਹੀਂ ਮਿਲੀ, ਸਮਝਿਆ ਨਹੀਂ। ਹੁਣ ਇਸ ਤੋਂ ਇਲਾਵਾ ਵੂਮਨ ਕਮਾਂਡੋ ਬਟਾਲੀਅਨਸ, ਹਰ ਪਿੰਡ 'ਚ 2 ਕੁੜੀਆਂ ਨੂੰ ਟ੍ਰੇਨ ਕੀਤਾ ਜਾਊਗਾ, ਫੋਨ ਨੰਬਰ ਦਿੱਤਾ ਜਾਊਗਾ ਤਾਂ ਕਿ ਉਹ ਮਹਿਫੂਜ਼ ਰਹਿ ਸਕਣ। ਲੋਕ ਮਜ਼ਾਕ ਉਡਾਉਂਦੇ ਆ ਵੀ ਸਕੂਟੀਆਂ, ਤੁਸੀਂ ਸਕੂਟੀਆਂ ਕਿਵੇਂ ਦੇਾਂਗੇ? ਮੈਂ ਕਹਿੰਦਾ 5 ਤੋਂ 7000 ਦੀ ਸਕੂਟੀ ਬਣੂਗੀ ਔਰ ਲੁਧਿਆਣੇ 'ਚ ਬਣੂਗੀ। ਬੈਟਰੀ ਇੰਡਸਟਰੀ ਉੱਥੇ ਹੈ ਔਰ ਬਗੈਰ ਵਾਤਾਵਰਣ ਨੂੰ ਦੂਸ਼ਿਤ ਕਰੇ ਬਣੇਗੀ। ਇਲੈਕਟ੍ਰਿਕ ਵਹੀਕਲਸ ਬਣेंगे। ਮੈਂ ਤੇ ਇੱਕ ਟਵੀਟ ਵੀ ਪਾਇਆ ਸੀ, ਬੜੇ ਨੌਜਵਾਨਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ। ਜਦੋਂ ਵੀ ਕੋਈ ਕੁੜੀ 12ਵੀਂ ਪਾਸ ਕਰਕੇ ਕਾਲਜ ਵੱਲ ਨੂੰ ਜਾਂਦੀ ਹੈ, ਤੁਸੀਂ ਉਹਨੂੰ ਪੁੱਛ ਕੇ ਦੇਖੋ ਕਿ ਉਹ ਮਹਿਫੂਜ਼ ਹੈ, ਕਿ ਉਹ ਬੱਸ 'ਚ ਮਹਿਫੂਜ਼ ਹੈ, ਕਿ ਉਹ ਜਦੋਂ ਤੁਰ ਕੇ ਪਿੰਡੋਂ ਜਾਂਦੀ ਹੈ ਕਿ ਉਹ ਮਹਿਫੂਜ਼ ਹੈ। ਸੋ ਇਹ ਮਜ਼ਾਕ ਦੀਆਂ ਗੱਲਾਂ ਨਹੀਂ ਹੈ। ਇਟ ਇਜ਼ ਅ ਵੈਰੀ ਇੰਪੋਰਟੈਂਟ ਫੈਸਟ। ਅੱਧੇ ਮਾਂ-ਬਾਪ ਆਪਣੀਆਂ ਕੁੜੀਆਂ ਨੂੰ ਪਿੰਡਾਂ 'ਚ ਇਸ ਕਰਕੇ ਵਿਆਹ ਦਿੰਦੇ ਆ ਵੀ ਕੁੜੀ 16 ਦੀ ਹੋ ਗਈ ਤੇ ਅਸੀਂ ਉਹਨੂੰ ਪੜ੍ਹਾ ਨਹੀਂ ਸਕਦੇ। Therefore, our agenda is women empowerment, making them part of Punjab's progress and development, not giving freebies like ਆਪ। ਜੇ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇੱਕ ਕੁੜੀ ਨੂੰ 1000 ਰੁਪਏ ਦਿੱਤੇ ਹੁੰਦੇ ਤੇ ਮੈਂ ਉਹਦਾ ਸਨਮਾਨ ਕਰਦਾ, ਤੇ ਅੱਜ ਕਹਿੰਦਾ 18 ਸਾਲ ਤੋਂ ਉੱਤੇ ਵਾਲੀ ਨੂੰ ਦਊਂਗੇ। ਅਸੀਂ ਉਹਨਾਂ ਨੂੰ ਵਹੀਕਲਸ ਐਂਡ ਇੰਜਨਸ ਆਫ ਆਰ ਇਕਨੋਮੀ ਬਣਾ ਰਹੇ ਹਾਂ। We are not fighting this election for the next election. We are fighting this election for the next generation. It is a generation next election. Make no mistake about it. ਜਿਹੜਾ ਇਹ ਟਾਈਡ ਨੂੰ ਰੋਕ ਦੂਗਾ, ਜਿਹੜਾ ਕਰਜ਼ੇ ਨੂੰ ਫੇਰਾ ਪਾ ਦੂਗਾ ਔਰ ਜਿਹੜਾ ਨੌਜਵਾਨ ਨੂੰ ਇੱਥੇ ਓਪਰਚੁਨਿਟੀ ਦੇ ਦੂਗਾ, ਚਾਹੇ ਉਹ ਸਕਿੱਲ ਹੋਵੇ, ਚਾਹੇ ਉਹ ਨੌਕਰੀ ਹੋਵੇ, ਚਾਹੇ ਉਹ ਜਦੋਂ ਮੈਂ ਕ੍ਰਿਕਟ ਖੇਡਦਾ ਹੁੰਦਾ ਸੀ ਉਹ ਹਾਏ ਜਦੋਂ ਮੈਂ ਛੱਕਾ ਮਾਰਦਾ ਹੁੰਦਾ, ਅੱਜ ਵੀ ਮੈਂ ਦੇਖਦਾ ਕਿ ਉਹ ਮੈਨੂੰ ਦਿਖਦਾ ਛੱਕਾ, ਤੇ ਉਹਦਾ ਆਨੰਦ ਜਿਹੜਾ ਹੈ ਉਹ ਕਿਸੇ ਕਰੋੜ ਰੁਪਈਏ ਦੇ ਵਿੱਚ ਨਹੀਂ ਆਇਆ, ਕਿਸੇ ਚੀਜ਼ 'ਚ ਨਹੀਂ ਆਇਆ। ਉਹ ਜਿਹੜੀ ਆਵਾਜ਼ ਆਉਂਦੀ ਸੀ ਨਾ ਠੱਕ ਬੱਲੇ ਦੇ ਵਿੱਚ ਵੱਜੀ, ਉਹ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੀ ਹੈ। ਦੈਟਸ ਅ ਹਾਈ that you get on the football field, that you'll get playing like Pargat Singh, ਔਰ ਆਮ ਬੰਦੇ ਕੁਸ਼ਤੀ ਖੇਡਦੇ ਆ। ਅਸੀਂ ਨੌਜਵਾਨਾਂ ਨੂੰ ਭਾਵੇਂ ਸਕੂਲਾਂ ਦੇ ਵਿੱਚ 1 ਏਕੜ ਦੇ ਵਿੱਚ ਸ਼ਾਮਲਾਟ ਦੀ ਜ਼ਮੀਨ ਦੇ ਵਿੱਚ ਬੈਡਮਿੰਟਨ ਦਾ ਨੈੱਟ ਹੀ ਲਾ ਦਈਏ, ਵਾਲੀਬਾਲ ਦਾ ਨੈੱਟ ਹੀ ਲਾ ਦਈਏ ਤੇ ਕਬੱਡੀ ਦਾ ਅਖਾੜਾ ਹੀ ਬਣਾ ਦਈਏ ਤੇ ਪੰਜੀ ਨਹੀਂ ਲੱਗਦੀ, ਬਟ ਪੋਲੀਟੀਕਲ ਵਿਲ ਚਾਹੀਦੀ ਹੈ। Therefore, those are additional things. ਅੱਗੇ ਆਓ ਜੀ, ਇੰਪਲੋਇਮੈਂਟ ਐਂਡ ਲੇਬਰ ਰਿਫਾਰਮਸ। ਅਸੀਂ ਕਿਸਾਨੀ ਦੇ ਵਿੱਚ ਵੀ ਜਿਹੜੀ ਲੇਬਰ ਕਿਸਾਨ ਲਾਏਗਾ ਅਸੀਂ ਸਬਸਿਡਾਈਜ਼ ਕਰਾਂਗੇ ਮਹਾਰਾਜ। Government will provide labor subsidy to farmers less than 5 acres. It has never happened.
in the history of Punjab. Urban employment ਦੀ ਗੱਲ ਕਰਦਾ ਮੈਂ. We will guarantee urban employment, ਕਿਉਂਕਿ ਦੁੱਗਣੀ ਅਨਇੰਪਲੋਇਮੈਂਟ ਹੈ ਅਰਬਨ ਏਰੀਆਸ 'ਚ ਪੰਜਾਬ ਦੇ ਪਿੰਡਾਂ ਤੋਂ. ਸੋ ਅਰਬਨ ਇੰਪਲੋਇਮੈਂਟ ਗਾਰੰਟੀ ਮਿਸ਼ਨ, ਜਿੱਥੇ ਅਸੀਂ 5 ਲੱਖ ਲੋਕਾਂ ਨੂੰ ਹਰ ਸਾਲ ਲੱਖ ਬੰਦੇ ਨੂੰ ਅਸੀਂ ਨੌਕਰੀ ਦਿਆਂਗੇ. ਈਵਨ ਦੀ ਇਨਕਮ ਜਨਰੇਸ਼ਨ, ਚਾਹੇ ਉਹ ਸ਼ਰਾਬ ਦੀ ਕਾਰਪੋਰੇਸ਼ਨ ਹੈ, ਟੈਸਮੈਕ ਗਿਵਸ 50,000 ਜੌਬਸ, ਚਾਹੇ ਉਹ ਸੈਂਡ ਮਾਈਨਿੰਗ ਹੈ, ਉੱਥੇ ਘੱਟ ਤੋਂ ਘੱਟ 60,000 ਜੌਬ ਹੈ. ਸੋ ਵੀ ਵਿਲ ਪ੍ਰੋਵਾਈਡ ਜੌਬਸ ਟੂ ਸੈਮੀ ਸਕਿਲਡ, ਸਕਿਲਡ ਐਂਡ ਅਨਸਕਿਲਡ ਲੇਬਰ. ਕੋਈ ਬੰਦਾ ਮਜ਼ਦੂਰਾਂ ਦੇ ਉੱਤੇ ਖਿਆਲ ਨਹੀਂ ਦਿੰਦਾ. ਇਹ ਪਹਿਲੀ ਸਰਕਾਰ ਹੋਏਗੀ, ਇਹ ਪਹਿਲੀ ਸਰਕਾਰ ਹੋਏਗੀ ਜਿਹੜੀ ਮਜ਼ਦੂਰਾਂ ਨੂੰ ਸਨਮਾਨ ਦੇਗੀ. 56 lakhs of labor, they will all be registered, and I guarantee you they will all be part of the PDS. And jehda BPL hai, they are automatically people who deserve to be in the BPL list. हरेक दी रजिस्ट्रेशन होगी, हरेक दी वेज फिक्स होगी, और सब तो वड्डी गल, it will be linked to inflation. ਬਾਜਵਾ ਸਾਹਿਬ ਨੂੰ ਮੈਂ ਕਹਿ ਰਿਹਾ ਕਿ ਜੇ ਤੇਲ ਦੇ ਰੇਟ ਡਬਲ ਹੋ ਗਏ, ਜੇ ਸਿਲੰਡਰਾਂ ਦੇ ਰੇਟ ਡਬਲ ਹੋ ਗਏ, ਜੇ ਪੈਟਰੋਲ ਡੀਜ਼ਲ ਦੇ ਰੇਟ ਡਬਲ ਹੋ ਗਏ, ਕੀ ਮਜ਼ਦੂਰ ਦੀ ਦਿਹਾੜੀ 250 ਤੋਂ 500 ਹੋਈ ਹੈ? ਇਹ ਰੇਟ ਡਬਲ ਹੋਣ ਨਾਲ ਉਹਦੀ ਦਿਹਾੜੀ 250 ਤੋਂ ਉਹਦੀ ਵੈਲਿਊ 100 ਰੁਪਏ ਰਹਿ ਜਾਂਦੀ ਹੈ, ਜਸਟ 100 rupees. Therefore we link it with inflation, and accordingly ਮਜ਼ਦੂਰ ਦੀ ਦਿਹਾੜੀ ਜਿਹੜੀ ਹੈ ਅਸੀਂ ਉਨੀ ਕੁ ਵਧਾਵਾਂਗੇ. ਮਨਰੇਗਾ 263 ਪੰਜਾਬ ਸਰਕਾਰ ਦਿੰਦੀ ਹੈ, ਅਸੀਂ 320 ਕਰਾਂਗੇ. ਮਨਰੇਗਾ ਇਜ਼ ਰੂਰਲ, ਤੇ ਕੋਈ ਬੰਦਾ ਅਗਰ ਖੇਤ 'ਚ ਵੜ ਗਿਆ, ਅਸੀਂ 350 ਕਰਾਂਗੇ, ਸੌਰੀ. ਤੇ ਕੋਈ ਬੰਦਾ ਖੇਤ 'ਚ ਵੜ ਗਿਆ, ਚਾਹੇ ਬਜ਼ੁਰਗ ਹੋਵੇ, ਚਾਹੇ ਲੇਬਰ ਹੋਵੇ, ਚਾਹੇ ਕੋਈ ਔਰਤ ਹੋਵੇ ਘਰ ਦੀ, she will get 350 rupees, because it's a demand driven program and Punjab has not availed it. ਤੁਸੀਂ 10,000 ਕਰੋੜ ਲੈ ਲਓ, 20,000 ਕਰੋੜ ਲੈ ਲਓ, 30,000 ਕਰੋੜ. ਕੰਪਲਸਰੀ ਰਜਿਸਟ੍ਰੇਸ਼ਨ ਫॉर ਆਲ ਲੇਬਰ. ਹੁਣ ਇੱਥੇ ਕੰਸਟਰਕਸ਼ਨ ਲੇਬਰਾਂ ਨੂੰ ਕਹਿੰਦੀ 30,000 ਦੇਵਾਂਗੇ, ਜਦੋਂ ਰਜਿਸਟਰਡ ਹੀ ਹੈ ਨਹੀਂ, ਪੈਸੇ ਕਿੱਦਾਂ ਪਹੁੰਚਣਗੇ ਭਾਈ? 1% ਕੋਲ ਰਜਿਸਟ੍ਰੇਸ਼ਨ ਕਾਰਡ ਨਹੀਂ. ਮੈਂ ਇੱਕ ਦਿਨ ਲੇਬਰ ਚੌਂਕ 2-3 ਤੇ ਜਾ ਕੇ ਆਇਆ, ਮੈਂ ਬੈਠ ਗਿਆ ਉੱਥੇ, ਮੈਂ ਦੱਸ ਵੀ ਕਿਹਦੇ ਕੋਲ ਕਾਰਡ ਹੈ? not even 1% have cards. ਸੋ ਸਰਕਾਰ ਬੜੇ ਸੌਖੇ ਤਰੀਕੇ ਨਾਲ ਇਸ ਦਾ ਭੇਜਣਾ ਸੀ, ਉਹਨਾਂ ਕੋਲ ਹੈ ਨਹੀਂ ਜੀ. ਇਹ ਬਹਾਨਿਆਂ ਤੋਂ ਉੱਤੇ ਉੱਠੇਗੀ ਸਰਕਾਰ. ਹਰੇਕ ਲੇਬਰਰ 56 ਲੱਖ, ਹਰੇਕ ਪੱਲੇਦਾਰ ਮਲੋੜ ਦੇ ਵਿੱਚ 125 ਲੈਂਦਾ, ਤੇ ਤੁਸੀਂ ਮਲੋੜ ਤੋਂ ਥੱਲੇ ਉਤਰੋ ਤੇ ਸੰਗਰੂਰ ਆ ਕੇ ਉਹੀ ਬੰਦਾ 325 ਲੈਂਦਾ ਉਸੇ ਕੰਮ ਦੇ. ਦਿਸ ਵਿਲ ਨਾਟ ਹੈਪਨ. ਅੱਗੇ ਆ ਜਾਓ ਜੀ, ਹੈਲਥ ਕੇਅਰ. ਦੀ ਆਰ ਨਿਊ ਥਿੰਗਸ. 5 ਲੱਖ ਦਾ ਬੀਮਾ ਸਭ ਦਾ. ਜੇ ਪੰਜਾਬ ਸਰਕਾਰ ਸਰਬੱਤ ਦਾ ਭਲਾ ਮੰਗਦੀ ਹੈ ਤੇ 5 ਲੱਖ ਇੰਸ਼ੋਰੈਂਸ ਫॉर ਆਲ ਪੰਜਾਬੀਜ਼ ਇਨ ਆਲ ਹਸਪੀਟਲਸ. ਸਾਰਿਆਂ ਦੇ ਲਈ, ਸਾਰੇ ਹਸਪਤਾਲਾਂ ਦੇ ਵਿੱਚ ਇਹ ਹੋਏਗਾ. ਫ੍ਰੀ ਟ੍ਰੀਟਮੈਂਟ ਆਫ 20 lakhs. ਫ੍ਰੀ ਟ੍ਰੀਟਮੈਂਟ ਸਰਜਰੀਜ਼ ਅਪ ਟੂ 20 lakhs in government hospitals. ਸਰਕਾਰੀ ਹਸਪਤਾਲਾਂ 'ਚ. There is a mechanism that we have. We'll unleash that mechanism. It's a sure shot, foolproof mechanism. X-rays, MRIs, CT scans, centers in all government hospitals. And I categorically state, X-rays, MRIs, these are basic amenities. CT scans, they सारे government hospitals होंगे. Mobile vans, ATM clinics, kiosks and teleconsultation in every village. ਤੁਸੀਂ ਜਾ ਕੇ ਸਿਆਣੇ ਡਾਕਟਰ ਦੇ ਨਾਲ ਟੈਲੀ ਕੰਸਲਟੇਸ਼ਨ ਕਰ ਸਕੋਗੇ. ਹਰ ਪਿੰਡ ਦੇ ਵਿੱਚ ਇਹ ਫੈਸਿਲਿਟੀ ਹੋਏਗੀ. ਮੋਬਾਈਲ ਵੈਨ ਹਰ ਜਗ੍ਹਾ ਤੇ ਹੋਏਗੀ. ਸਰਕਾਰ ਦੇ ਪੈਸੇ ਲੱਗਣੇ ਹੀ ਇੱਧਰ ਨੂੰ ਹੈ. Then we come to nutrition PDS. PDS ਦੇ ਦਿੰਦੇ ਆ ਸੜੀ ਪੁਰਾਣੀ ਕਣਕ, ਕੀੜੇ ਲੱਗੇ, ਉਹੀ ਚਕਾਈ ਤੁਰੀ ਜਾਂਦੇ ਆ. ਸਰਕਾਰ 5 ਅਨਾਜ ਵਾਲਾ ਆਟਾ ਦੇਗੀ, ਔਰ ਉਹਦੇ ਨਾਲ 1 ਦਾਲ ਫॉर ਪ੍ਰੋਟੀਨ ਵੀ ਵਿਲ ਗਿਵ.
5 अनाज वाला आटा वेरीफाइड कंट्रोल्ड रेगुलेटेड, ਉਹਦੇ ਨਾਲ ਇੱਕ ਬੋਤਲ ਉਹਦਾ ਸਾਈਜ਼ ਹਲੇ ਵੈਰੀਫਾਈ ਨਹੀਂ ਕੀਤਾ ਸਰੋਂ ਦੇ ਤੇਲ ਦੀ ਕੁਕਿੰਗ ਆਇਲ, ਜਿੰਨੇ ਪੀਡੀਐਸ ਦੇ ਬੰਦੇ ਨੇ ਉਹਨਾਂ ਨੂੰ ਨਾਲ ਦਾਲ ਦੇਗੀ, ਤੇ ਐਡੀਸ਼ਨਲੀ ਮਿਡ ਡੇ ਮੀਲਸ ਵਿਲ ਇਨਕਲੂਡ ਫਰੂਟਸ, ਐਗਸ ਐਂਡ ਮਿਲਕ। ਇਹ ਗਾਰੰਟੀ ਹੈ ਸਰਕਾਰ। ਜਿਹੜਾ ਮਿਡ ਡੇ ਮੀਲ ਹੋਏਗਾ ਉਹਦੇ 'ਚ ਦੁੱਧ, ਐਡੀਸ਼ਨਲ ਐਗਸ, ਕਿਉਂਕਿ ਮੈਲ ਨਿਊਟ੍ਰੀਸ਼ਨ ਇਜ਼ ਅ ਗ੍ਰੇਟ ਹੈਜ਼ਰਡ, ਔਰ ਉਹ ਪ੍ਰੀਵੈਂਟ ਕਰ ਦਿਓ ਤੇ ਨੌਜਵਾਨ ਬਹੁਤ ਤਕੜੇ ਹੋ ਸਕਦੇ। ਨਾਓ ਦੀ more autonomy in villages, residents in functioning of government dispensaries through health management committee, panchayat and medical students for every village to be a de facto member of the committee. ਪਿੰਡਾਂ ਦੀਆਂ ਕਮੇਟੀਆਂ ਹੋਣਗੀਆਂ ਸਾਹਿਬ ਜਿਹੜੀਆਂ ਮੈਨੇਜਮੈਂਟ ਕਰਨਗੀਆਂ। Now when I go to the additional points also, medical tourism is going to be a very, very big part of our manifesto. ਜਿਹੜੀ ਸਰਜਰੀ 5 ਲੱਖ ਦੀ ਅਮਰੀਕਾ 'ਚ ਹੁੰਦੀ ਹੈ, ਇੱਥੇ ਲੱਖ ਦੀ ਵੀ ਨਹੀਂ ਹੁੰਦੀ। ਜਿਹੜੇ ਗੋਡੇ ਹਿਪ ਰਿਪਲੇਸਮੈਂਟਾਂ ਬਹੁਤ ਜ਼ਿਆਦਾ ਪੈਸਿਆਂ 'ਚ ਹੁੰਦੀਆਂ ਨੇ, ਇੱਥੇ ਬਹੁਤ ਘੱਟ ਪੈਸਿਆਂ ਦੇ ਵਿੱਚ ਹੁੰਦੀਆਂ ਨੇ। ਈਵਨ ਆਯੁਰਵੈਦਿਕ ਟ੍ਰੀਟਮੈਂਟ in these dispensaries is an option that we are weighing very, very strongly. Health management committees will oversee government expenditure in every village on health. That's a word of honor. मैं promise कीते नहीं कदे, ना ही मैं गुटके चक्के है, ना ही मैं सौहां खादियां। जवान दे पक्के हैं, जो जवान दिती है उत्थे खड़े हैं। Therefore, the next thing is education. ਅਸੀਂ ਖੋਲ ਰਹੇ ਹਾਂ, ਅੱਜ ਜਲੰਧਰ ਦੇ ਵਿੱਚ ਖੋਲ ਰਹੇ ਹਾਂ, ਫਿਰ ਭਾਜੀ ਦੀ ਦੇਖਾਂਗੇ ਗੋ ਹੈਡ ਕੀ ਹੈ ਕੀ ਨਹੀਂ। ਵੱਡਾ ਭਾਈ ਹੈ, ਜਿੱਦਾਂ ਕਹੂਗਾ ਉਸ ਤਰੀਕੇ ਦੇ ਨਾਲ ਇਹਨੂੰ ਇੰਪਰੂਵ ਕਰਾਂਗੇ। Full scholarship up to 10 lakhs to all students to pursue degree in science, technology, engineering, mathematics and medicals. Allocation of 6% state budget for education. 6% budget। ਅੱਜ ਤੇ ਸਰਕਾਰ ਜਿਹੜੀ ਹੈ ਉਹ ਹੁਣ ਕਿਹੜੇ ਬਜਟ ਤੇ ਚੱਲਦੀ ਹੈ ਮੈਂ ਹੁਣ ਕਿਉਂ ਦੱਸਾਂ, ਆਪਾਂ ਕਿਉਂ ਨਾ ਫालतू ਗੱਲਾਂ 'ਚ ਪੈਣਾ। ਜੋ ਚਲਾ ਗਿਆ ਉਸੇ ਭੁੱਲ ਜਾ। ਬਟ ਜਿਹੜਾ ਐਲੋਕੇਸ਼ਨ ਹੈ ਉਹ 6% ਹੋਏਗਾ ਸਾਹਿਬ ਐਜੂਕੇਸ਼ਨ ਦੇ ਵਿੱਚ। ਇਹ ਵੱਧ ਸਕਦਾ ਹੈ ਪਰ ਇਹ ਘਟ ਨਹੀਂ ਸਕਦਾ, ਕਿਉਂਕਿ ਨਹੀਂ ਤੇ ਸੂਬਾ ਰਹਿਣ ਜੋਗਾ ਨਹੀਂ ਰਹਿਣਾ। All primary school teachers will be regularized and paid full pay scale. जिन्ने भी, I categorically state this, all primary school teachers will be regularized and paid full pay scale. That's a word of honor. We have the money. Doing away with political influence and corruption, Congress will continue its landmark merit-based teacher transfer policy along with the new recruitment to be based upon block and school cadre system. ਇਹਦਾ ਮਤਲਬ ਇਹ ਹੈ ਕਿ ਜਿਹਦਾ ਬਲਾਕ ਜਿੱਥੇ ਹੈ, ਜਿਹਦਾ ਕਾਡਰ ਜਿੱਥੇ ਹੈ, ਜਿਹੜਾ ਜਿੱਥੇ ਪੈਦਾ ਹੋਇਆ, ਪਹਿਲੇ 7 ਸਾਲ ਉਹਦੀ ਬਦਲੀ ਨਹੀਂ ਹੋਏਗੀ। ਇਹ ਨਹੀਂ ਹੈ ਵੀ ਬਦਲਤਾ ਫਿਰ ਲੱਖ ਲੈ ਕੇ ਵਾਪਸ ਲਿਆਂਦਾ, ਫਿਰ ਨਵਾਂ ਬਦਲਤਾ ਫਿਰ ਲੱਖ ਲੈ ਕੇ ਫੇਰ ਲਿਆਂਦਾ। ਇਹ ਹੋਣਾ ਨਹੀਂ। ਇਟਸ ਅ ਫੁੱਲ ਪ੍ਰੂਫ ਟ੍ਰਾਂਸਫਰ ਸਿਸਟਮ। ਜਿਹੜਾ ਜਿੱਥੇ ਜਿਹੜੇ ਡਿਸਟ੍ਰਿਕਟ ਦਾ ਬੰਦਾ ਉੱਥੇ ਹੀ ਰਹੂਗਾ 7 ਸਾਲ, ਔਰ ਜਿਹਨੂੰ ਜਿੰਨਾ ਇਨਸੈਂਟਿਵ ਹੋਏਗਾ ਉਨਾ ਕੁ ਦੂਰ ਭੇਜਾਂਗੇ, ਜਿੰਨਾ ਘੱਟ ਹੋਏਗਾ ਜੋ ਉਹਦੀ ਮਰਜ਼ੀ ਹੋਏਗੀ ਉਦਾਂ ਹੀ ਹੋਏਗਾ। ਐਟਲੀਸਟ ਉਹ ਦਿਲ ਦੇ ਨਾਲ ਪੜ੍ਹਾਵੇ ਤੇ ਸਹੀ। No fees for government recruitment examination and 1-year mission to complete appointment process of all government vacancies. 1 ਲੱਖ ਵੈਕੈਂਸੀ ਹੈ ਭਰਾਂਗੇ ਔਰ ਠੋਕ ਕੇ ਪੜਾ।
ਮਾਫੀਆ ਦੀ ਜੇਬ ਚੋਂ ਕੱਢ ਕੇ ਭਰਾਂਗੇ, ਚੋਰ ਹੀ ਮਾਰ ਕੇ ਕਰਾਂਗੇ, ਚੋਰ ਦੀ ਮਾਂ ਨੂੰ ਮਾਰਾਂਗੇ। ਔਰ ਇਹ ਜਿਹੜੀ 1 ਲੱਖ ਵੈਕੈਂਸੀ ਹੈ ਜੀ, ਅੱਜ ਜਿੰਨੇ ਵੀ ਪ੍ਰੋਟੈਸਟ ਕਰਨ ਵਾਲੇ ਮੈਂ ਵਿੱਚ ਖੜਦਾ ਹੁੰਦਾ ਸੀ ਉਹਨਾਂ ਦੇ, ਤੁਸੀਂ ਦੇਖਿਆ ਹੋਣਾ, ਮੈਂ ਨਹੀਂ ਭੱਜਿਆ। ਤੇ ਮੈਂ ਉਹਨਾਂ ਨੂੰ ਕਹਿੰਦਾ ਯਾਰ ਇਹ 1000 ਕਰੋੜ ਰੁਪਈਆ ਹੋਵੇ ਸਰਕਾਰ ਕੋਲ ਤੇ ਕੋਈ ਟੀਚਰ ਸੜਕਾਂ ਤੇ ਨਾ ਹੋਵੇ, ਤੇ ਜੇ 3000 ਹੋਵੇ ਤੇ ਮਿੱਤਰ ਪਿਆਰਿਓ ਕੋਈ ਬੰਦਾ ਧਰਨੇ ਤੇ ਨਾ ਹੋਵੇ। ਇਹ ਫੈਕਟ ਹੈ, ਕੋਈ ਮੰਨੇ ਜਾਂ ਨਾ ਮੰਨੇ। ਇੰਡਸਟਰੀ ਐਂਡ ਟ੍ਰੇਡ, ਐਂਡਿੰਗ ਰੈਡ ਟੇਪਿਜ਼ਮ ਐਂਡ ਅਫਸਰਸ਼ਾਹੀ। ਅਫਸਰਸ਼ਾਹੀ ਤੇ ਚੀਫ ਮਿਨਿਸਟਰ ਚਲਾਉਂਦਾ ਨਾ ਤੁਣ ਕੇ ਮਾਰ ਕੇ, ਕਿਉਂਕਿ ਉਹੀ ਪਲਮ ਪੋਸਟਿੰਗ ਦਿੰਦਾ ਤੇ ਉਹੀ ਖੁੱਡੇ ਲਾਈਨ ਲਾਉਂਦਾ। ਇਸ ਕਰਕੇ ਕਮਾਊ ਪੁੱਤਾਂ ਲਈ ਅਫਸਰ ਤਕੜਾ ਹੈ, ਤੇ ਜਿਹੜਾ ਸਿੱਧੂ ਵਰਗਾ ਉਹਨੂੰ ਘਰੇ ਪਾਉਂਦੇ ਆ, ਇਹੀ ਅਫਸਰਸ਼ਾਹੀ ਹੈ। ਹੋਰ ਤਾਂ ਕੁਝ ਹੈ ਨਹੀਂ ਅਫਸਰਸ਼ਾਹੀ ਦੇ ਵਿੱਚ, ਖਾਸ ਗੱਲ ਨਹੀਂ ਹੈ। ਉਹ ਸਿਰਫ ਚੀਫ ਮਿਨਿਸਟਰ ਤੁਣਕਾ ਮਾਰ ਕੇ ਚਲਾਉਂਦਾ ਉਹਨਾਂ ਨੂੰ। ਈਜ਼ ਆਫ ਡੂਇੰਗ ਬਿਜ਼ਨਸ, ਦਿਸ ਇਜ਼ ਦ ਮੋਸਟ ਇੰਪੋਰਟੈਂਟ ਫੈਕਟਰ। ਹੁਣ ਇਹਦੇ 'ਚ ਸਭ ਤੋਂ ਇੰਪੋਰਟੈਂਟ ਚੀਜ਼ ਹੈ कि कोई भी टैक्स असेसमेंट है, अप्रूवल है, इंक्वायरी है, क्लियरेंस है, अमेंडमेंट ऑफ राइट टू सर्विस है, असेसमेंट है, कुछ भी है, इंक्लूडिंग इंडस्ट्रियल अप्रूवल, क्लियरेंस, ऑनलाइन पोर्टल, सिंगल विंडो सिस्टम ना होएगा। यह नहीं हो सकता भी वो सिंगल विंडो के पिछे 25 विंडोआं खुल रही ने, बंदे नूं किसी नूं उहदे साफा गल च पाया तो उसकी हरासमेंट हो रही है, तो 6-6 महीने उन्होंने क्लीयरेंस नहीं मिल रही। इट विल बी अ सिंगल विंडो सिस्टम दैट वी विल इंश्योर कि भाई सरकार अगे बढ़ेगी। ਇਹਦੇ ਨਾਲ सपोर्ट टू इंडस्ट्री एंड MSMEs, government will pay 50% labour salaries for all labour working for MSMEs। ਉਹਦੇ ਅੱਗੇ ਓਪਨ ਸੋਰਸ ਇਲੈਕਟ੍ਰਿਸਿਟੀ, ਇਹ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਅਸੀਂ ਆਫਰ ਕਰ ਰਹੇ ਹਾਂ, ਪੰਜਾਬ ਦੇ ਇਤਿਹਾਸ 'ਚ ਕਿਸੇ ਨੇ ਨਹੀਂ ਕੀਤਾ। ਓਪਨ ਸੋਰਸ ਇਲੈਕਟ੍ਰਿਸਿਟੀ ਦਾ ਮਤਲਬ ਹੈ ਜਿਹੜੀ ਵੱਡੀ ਇੰਡਸਟਰੀ ਹੈ ਉਹ ਪੰਜਾਬ 'ਚ ਨਹੀਂ ਹਿੰਦੁਸਤਾਨ 'ਚੋਂ ਕਿਤੋਂ ਸਸਤੀ ਬਿਜਲੀ ਲਿਆਵੇ, ਅਸੀਂ ਟਰਾਂਸਮਿਟ ਕਰਕੇ ਉਸ ਵੱਡੀ ਇੰਡਸਟਰੀ ਨੂੰ ਦੇ ਦਿਆਂ ਵਿਦਆਊਟ ਐਨੀ ਐਕਸਟਰਾ ਚਾਰजेस। ਸਿਰਫ ਟਰਾਂਸਮਿਸ਼ਨ ਦੇ ਚਾਰजेस ਲਏਗੀ PSPCL, ਜਿੱਥੋਂ ਮਰਜ਼ੀ ਸਸਤੀ ਬਿਜਲੀ ਲੈ ਲੇ इंडस्ट्री वाला। ओपन सोर्स इलेक्ट्रिसिटी, वी विल प्रोवाइड हिम विद द इलेक्ट्रिसिटी फ्रॉम एनीवेयर इन इंडिया। आ साडा केजरी भाई पूरे लॉलीपॉप वंडदा है, इनू पंजाब मॉडल ने इन्ना ठोकिया कि दिल्ली मॉडल पंजाब मॉडल हो गया। गुड़ किला इन्नी छेती रंग नहीं बदलता जिन्ना ये भरा मेरा बदलता है। ये कहना जी असी 2 या 1.5 सबसिडी देने, असी 14,000 देने। ये इंडस्ट्री को 13 रुपये दिंदा बिजली, ਅਸੀਂ 9 रुपये ਦਿੰਦੇ। ਜਿੰਨੀ ਬਿਜਲੀ ਇਹ ਫ੍ਰੀ ਦਿੰਦਾ ਅਸੀਂ ਇਹਦੇ ਨਾਲ ਵੱਧ ਦਿੰਦੇ ਹਾਂ। ਰੀਇਨਵੈਂਟਿੰਗ ਦ ਸਿਲਕ ਰੂਟ ਐਂਡ ਪ੍ਰਮੋਟਿੰਗ ਐਕਸਪੋਰਟਸ ਟੂ 34 ਸੈਂਟਰਲ ਏਸ਼ੀਅਨ ਕੰਟਰੀਜ਼। ਐਂਡ ਮੈਂ ਕੈਟਾਗੋਰੀਕਲੀ ਕਹਿ ਰਿਹਾ ਸਾਹਿਬ, ਇਹ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਜਦੋਂ ਮੈਂ ਅੰਮ੍ਰਿਤਸਰ ਦੇ ਨਾਲ ਲੱਗਦੇ ਸਿਲਕਨ ਰੂਟ ਦੀ ਗੱਲ ਕਰਦਾ ਤੇ ਤੁਹਾਨੂੰ ਬੜੇ ਧਿਆਨ ਨਾਲ ਸੁਣਨਾ ਚਾਹੀਦਾ। सेंटर की सरकार ने 1992 ਦੇ ਵਿੱਚ 5 रुपये डीजल का रेट रखा सी, 2022 ਚ 100 हो गया, मतलब 25 गुणा। ਤੇ कणक का रेट 330 सी 92 ਚ 1700 होया, 5 गुणा वधी MSP। ਤੇ मैं आ 34 कंट्रीज वाला ਜਿਹੜਾ सिल्कन रूट की गल करदा जनाब, 1700 की कणक रखो, 1700 की कणक रखो ਤੇ 3000 ਦੀ ਵਿਕੇਗੀ। ਚਲੋ ਮੇਰੀ ਆਵਾਜ਼ ਜਾਏਗੀ। 1700 ਦੀ ਕਣਕ ਰੱਖੋ ਤੇ 3000 ਦੀ ਜਾਏਗੀ 34 ਦੇਸ਼ਾਂ ਨੂੰ, ਤੇ 3000 ਦੀ ਬਾਸਮਤੀ ਰੱਖੋ 7000 ਦੀ ਜਾਏਗੀ, ਤੇ 20 ਰੁਪਏ ਦਾ ਅਦਰਕ ਰੱਖੋ 150 ਦਾ ਜਾਏਗਾ, ਤੇ 5 ਰੁਪਏ ਦਾ ਮਟਰ ਰੱਖੋ 50 ਦਾ ਜਾਏਗਾ। ਟੁੱਟੇਗਾ ਹੀ ਨਹੀਂ। ਦੱਸੋ ਇਦੋਂ ਵਧੀਆ ਕਿਹੜੀ ਮਾਰਕੀਟ ਹੈ ਬਈ? फिर अडानी के पोर्ट से 2100 किलोमीटर दूर दुबई तो क्यों जावे जी? अडानी के पोर्ट के उत्ते 20 किलोमीटर क्यों ना जावे? देख कराची बॉम्बे खुला है, तो लाहौर
ਤੇ ਅੰਮ੍ਰਿਤਸਰ ਕਿਉਂ ਨਹੀਂ ਖੁੱਲਾ 20 ਕਿਲੋਮੀਟਰ? Therefore, we are a landlocked state. ਸਾਡੀ ਕਿਸਮਤ ਦੇ ਉੱਤੇ ਤਾਲੇ ਲਾ ਦਿੱਤੇ ਆ। 15 specialized industrial clusters in Punjab. Please understand what I'm saying. ਕਿਤੇ ਵੀ ਸੇਮ ਕ੍ਰੌਪ ਪੈਟਰਨ ਹੋਵੇ, ਸੇਮ ਬਿਜ਼ਨਸ ਹੋਵੇ, ਜਿਵੇਂ ਰਾਜਸਥਾਨ ਦੇ ਕੋਲ ਕਪਾਹ ਹੁੰਦੀ ਹੈ, ਜਿਵੇਂ ਆਈਟੀ ਇੰਡਸਟਰੀ ਜ਼ਿਆਦਾਤਰ ਮੋਹਾਲੀ ਦੇ ਵਿੱਚ ਹੈ, ਜਿਵੇਂ ਟੂਰਿਜ਼ਮ ਅੰਮ੍ਰਿਤਸਰ 'ਚ ਹੈ, ਅਸੀਂ ਕਲਸਟਰ ਖੋਲਾਂਗੇ, ਕਲਸਟਰ ਫਾਰਮ ਡਿਵੈਲਪਮੈਂਟ ਹੋਏਗੀ ਤੇ 13 ਐਗਰੋ ਪ੍ਰੋਸੈਸਿੰਗ ਕਲਸਟਰਸ ਐਂਡ ਫਿਕਸਡ food parks for empowering farmers to directly become traders. ਚਾਹੇ ਉਹ ਡੈਰੀਵੇਟਿਵ ਇੰਡਸਟਰੀ ਹੋਵੇ ਜਿਹੜੀ ਮੈਂ ਤੁਹਾਨੂੰ ਰਾਈਸ ਬ੍ਰਾਂਡ, ਫੂਡ ਬ੍ਰਾਂਡ ਕਿਹਾ, ਚਾਹੇ ਮੈਂ ਕਿਹਾ ਪ੍ਰੋਸੈਸਿੰਗ, ਇਹ ਪ੍ਰੋਸੈਸਿੰਗ ਹੁਣ ਬਿਰਲੇ ਟਾਟੇ ਨਹੀਂ ਕਰਨਗੇ, ਪੰਜਾਬ ਦਾ ਯੂਥ ਕਰੇਗਾ। ਨੌਕਰੀ ਮੰਗੇਗਾ ਨਹੀਂ, ਨੌਕਰੀ ਦੇਗਾ। ਔਰ ਇਹਦੇ 'ਚ ਕੋਈ ਐਸੀ ਰੌਕਟ ਸਾਇੰਸ ਨਹੀਂ ਹੈ, ਸਿਰਫ ਸਰਕਾਰ ਦੀ ਪੋਲੀਟੀਕਲ ਵਿਲ ਦੀ ਲੋੜ ਹੈ। ਯੂਥ ਦੇ ਲਈ ਸਪੈਸ਼ਲ ਪ੍ਰੋਗਰਾਮ ਹੈ, ਮੈਂ ਹੁਣੇ ਡਿਕਲੇਅਰ ਕੀਤਾ ਹੈ। ਸਭ ਤੋਂ ਵੱਡੀ ਚੀਜ਼, creation of 1000 crore venture capital fund by the government in partnership with corporates and venture capitalists to give seed support programming. ਇਹ seed support programming ਕੀ ਹੈ ਕਿ 16 ਲੱਖ 6% ਇੰਟਰਸਟ ਦੇ ਉੱਤੇ for startups. Mohali will be the startup and IT industry and education hub. It will be the Silicon Valley of Punjab. ਇਹ ਪੱਕਾ ਹੈ। Collateral and interest-free loans of up to 2 lakh for home-based entrepreneurship for anyone. ਚਾਹੇ ਉਹ ਘਰੇ ਬੈਠ ਕੇ ਕਿਸੇ ਤਰੀਕੇ ਦਾ ਬਿਜ਼ਨਸ, ਮੈਂ ਅੱਗੇ ਬੋਲ ਚੁੱਕਿਆ ਹੈ, 25 ਤੋਂ 30 ਬਿਜ਼ਨੈਸਿਸ ਇਹੋ ਜਿਹੇ ਨੇ, ਕਲਾਊਡ ਕਿਚਨ ਤੋਂ ਲੈ ਕੇ ਇਹੋ ਜਿਹੇ ਕਿੰਨੇ ਹੀ ਬਿਜ਼ਨਸ ਨੇ। 23 world class skilling centers to be opened in partnership with the industry in Punjab. ਅਸੀਂ ਇੰਡਸਟਰੀ ਨੂੰ ਪਾਰਟਨਰ ਬਣਾਵਾਂਗੇ ਔਰ ਨੌਜਵਾਨਾਂ ਦੇ ਨਾਲ ਜਿੰਨੇ ਵੀ ਪਾਰਟਨਰਸ਼ਿਪ ਹੋਣਗੇ, ਪੰਜਾਬ ਸਰਕਾਰ ਪਾਰਟਨਰ ਹੋਏਗੀ ਉਹਨਾਂ ਦੇ ਨਾਲ। Therefore, ਇਹਨਾਂ ਦਾ ਜਿਹੜਾ ਐਡੀਸ਼ਨਲ ਉਹ ਹੈ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜਾ ਸਵੈ ਰੋਜ਼ਗਾਰ ਪ੍ਰੋਗਰਾਮ ਹੈ, ਉਹਦੇ ਵਿੱਚ ਹਨੀ, ਜੈਗਰੀ, ਬਿਸਕਿਟਸ, ਮੈਨੂਫੈਕਚਰਿੰਗ ਆਫ ਸ਼ੂਜ਼, ਮੇਕਿੰਗ ਸਪੋਰਟਸ ਗੁੱਡਸ, ਹੈਂਡਲੂਮਸ, ਟੂਲਸ, ਸਪੇਅਰ ਪਾਰਟਸ, ਆਈਟੀਜ਼, BPOs, ਵੈਬਸਾਈਟ ਡਿਜ਼ਾਈਨਿੰਗ, ਇਹ ਸਭ ਕੁਝ ਹੋਏਗਾ। ਜਲੰਧਰ ਲਈ ਮੈਂ ਤੁਹਾਨੂੰ ਦੱਸਣਾ ਚਾਹਨਾ, ਜਲੰਧਰ 400 ਹਸਪਤਾਲ ਨੇ, ਮੈਡੀਕਲ ਟੂਰਿਜ਼ਮ ਦਾ ਹੱਬ ਹੋਏਗਾ, ਸਪੋਰਟਸ ਗੁੱਡਸ ਦਾ ਹੱਬ ਹੋਏਗਾ ਜਲੰਧਰ, ਤੇ ਫਾਊਂਡਰੀਜ਼ ਔਰ ਦਵਾਈਆਂ ਜਿਹੜੀਆਂ ਬਣਦੀਆਂ ਨੇ ਉਹਨਾਂ ਦਾ ਹੱਬ ਵੀ ਜਿਹੜਾ ਹੈਗਾ ਅਸੀਂ ਜਲੰਧਰ ਨੂੰ ਬਣਾਉਣ ਜਾ ਰਹੇ ਹਾਂ। ਇਸੇ ਤਰ੍ਹਾਂ ਅੱਡ-ਅੱਡ ਸ਼ਹਿਰਾਂ ਦੇ ਅੱਡ-ਅੱਡ ਕਲਸਟਰਸ ਸਰਦਾਰ ਮਨਮੋਹਨ ਸਿੰਘ ਦੀ ਸੋਚ ਦੇ ਨਾਲ ਅਸੀਂ ਬਣਾਵਾਂਗੇ। ਲੈਟ ਮੀ ਲੁੱਕ ਐਟ ਜਲੰਧਰ ਸਰਜੀਕਲ ਕਲਸਟਰ। ਇਟ ਵਿਲ ਬੀ ਦ ਸਰਜੀਕਲ ਕਲਸਟਰ ਐਂਡ ਕਪੂਰਥਲਾ foundry and general engineering cluster, Patiala cutting tool cluster, Fatehgarh Sahib steel re-rolling mill cluster, Amritsar medical and tourism hub, knitting cluster। ਇਸੇ ਤਰ੍ਹਾਂ ਅੱਡ-ਅੱਡ ਸ਼ਹਿਰਾਂ ਦੇ ਵਿੱਚ ਬੜੀ ਰਿਸਰਚ ਦੇ ਨਾਲ ਅਸੀਂ ਕਲਸਟਰਾਂ ਤੇ ਪਹੁੰਚੇ ਹਾਂ। ਹੁਣ ਮੈਂ ਮੇਰਾ फेवरेट टॉपिक हजूरे वाला अभी दिखाते हैं आपको। हम कोई ऐसा हमारा लुधियाना है, कोई पराया है क्या? जो उसको मैंने ट्वीट डाला था, वो किसको डाला था जरा बताएं? एलॉन मस्क को डाला था, जो इलेक्ट्रिक व्हीकल वो कहाँ है यार, माला तो मेमोरी को थोड़ा सा जरा कुरे दो है। और ये मैं आपको बता देता हूँ, लुधियाना विल बी इलेक्ट्रिक व्हीकल्स, oil expellers and part cluster, garments cluster, auto tech cluster, foundry cluster, sewing machines cluster। कुछ नहीं छोड़ा दोस्त, रिसर्च करके किया है। अब मैं अपने फेवरेट टॉपिक पे आता हूं, स्पोर्ट्स।
ਮਹਾਰਾਜ ਹਰ ਪਿੰਡ ਦੇ ਵਿੱਚ ਜਿਹੜੀ ਸ਼ਾਮਲਾਟ ਦੀ ਜ਼ਮੀਨ ਪੋਲੀਟੀਸ਼ੀਅਨ ਦੱਬਣ ਨੂੰ ਫਿਰਦਾ ਹੈ, ਨਹੀਂ ਦੱਬਣ ਦਿਆਂਗੇ। ਤੇ ਮਿਨੀਮਮ 500 ਤੋਂ 1000 ਗਜ ਜ਼ਮੀਨ ਦੇ ਵਿੱਚ ਇੱਕ ਬਾਸਕਟਬਾਲ ਦਾ ਨੈਟ, ਇੱਕ ਬੈਡਮਿੰਟਨ ਦਾ ਨੈਟ ਤੇ ਇੱਕ ਕੁਸ਼ਤੀ ਕਬੱਡੀ ਵਾਲਾ ਅਖਾੜਾ ਜਿੱਥੇ ਹੈਡ ਕੌਡੀ ਇਹ ਮੈਂਡੇਟਰੀ ਹੈ। ਭਾਈ ਜੇ ਅਸੀਂ ਇਹ ਖੇਡਣ ਦੇ ਮੈਦਾਨ ਦਿੱਤੇ ਹੁੰਦੇ ਛੋਟੇ ਮੋਟੇ ਵੀ, ਤੇ ਕੋਈ ਨੌਜਵਾਨ ਨਸ਼ੇ ਵੱਲ ਨਾ ਵੱਧਦਾ। We have not given talent opportunity, we have not given him skill, and we have not given him the high that he gets from cocaine. स्वामी विवेकानंद ने कहा ਸੀ ਜੇ ਰੱਬ ਨੂੰ ਲੱਭਣਾ ਤਾਂ ਫੁੱਟਬਾਲ ਫੀਲਡ 'ਚ ਮਿਲੇਗਾ। ਕਿਸੇ ਵੀ ਨੌਜਵਾਨ ਉਹਦੀ ਸ਼ਕਤੀ ਨੂੰ ਸਹੀ ਦਿਸ਼ਾ ਦੇ ਵਿੱਚ ਸੰਚਾਲਿਤ ਕਰਦੀ ਹੈ। Every 10 villages to have a stadium without CDs, ਉਹ ਪੌੜੀਆਂ ਪਾ ਪਾ ਕੇ ਪੈਸੇ ਖਾ ਜਾਂਦੇ। ਸਿੱਧਾ ਗਰਾਊਂਡ ਸਟੇਡੀਅਮ ਹੋਏਗਾ, ਉਹਦੇ ਵਿੱਚ ਸਿੰਥੈਟਿਕ ਟਰੈਕ ਰਨਿੰਗ ਵਾਸਤੇ ਹੋਏਗਾ ਤੇ ਵਿੱਚ ਇੱਕ ਐਸਟ੍ਰੋਟਰਫ ਲੱਗੀ ਹੋਏਗੀ, ਚਾਹੇ ਫੁੱਟਬਾਲ ਖੇਡੋ ਚਾਹੇ ਹਾਕੀ ਤੇ ਚਾਹੇ ਐਥਲੈਟਿਕਸ ਜਿੰਨੀ ਮਰਜ਼ੀ ਕਰੋ। ਤੇ 4 ਅਕੈਡਮੀਆਂ, 2 ਮਾਲਵੇ 'ਚ, 1 ਮਾਝੇ 'ਚ, 1 ਦੁਆਬੇ 'ਚ, ਸਪੋਰਟਸ ਅਕੈਡਮੀਜ਼। ਕੈਚ ਦੈਮ ਯੰਗ। ਜਿਹੜਾ ਵੀ ਯੰਗਸਟਰ ਇੰਟਰਨੈਸ਼ਨਲ ਲੈਵਲ ਦਾ ਹੋਏਗਾ, ਸਰਕਾਰ ਉਹਨੂੰ ਐਡਮਿਸ਼ਨ ਲੈ ਕੇ ਦੇਗੀ, ਉਹਨੂੰ ਸਕਾਲਰਸ਼ਿਪ ਦੇਗੀ ਤੇ ਉਹਨੂੰ ਮਾਝੇ, ਮਾਲਵੇ ਔਰ ਦੁਆਬੇ ਵਾਲੀ ਅਕੈਡਮੀ ਦੇ ਵਿੱਚ ਕਨੈਕਟ ਕਰਕੇ ਐਜੂਕੇਸ਼ਨ ਦੇਗੀ। 4 ਅਕੈਡਮੀਜ਼ ਟੂ ਕਮ ਅਪ। ਕੋਈ ਯੂਨੀਵਰਸਿਟੀਆਂ ਦੇ ਪੱਥਰ ਪੁੱਥਰ ਨਹੀਂ ਰੱਖਣੇ, ਅਸੀਂ ਬਣਾ ਦੇਣੀਆਂ ਨੇ। ਸਿੱਧੂ ਸਰ, ਪੰਜਾਬ ਦੀ ਮੀਡੀਆ ਵਾਸਤੇ ਕੁਝ ਨਹੀਂ ਰੱਖਿਆ? ਪੰਜਾਬ ਦੀ ਮੀਡੀਆ ਦੇ ਵਾਸਤੇ ਅਸੀਂ ਡੱਲਾ ਸਾਹਿਬ ਰੱਖੇ। ਵੇਖਿਆ ਕਿਸੇ ਦਿਨ ਟਾਈ ਹੁੰਦੀ ਹੈ ਤੇ ਕਿਸੇ ਦਿਨ ਦੂਆ ਹੁੰਦਾ, ਤੁਸੀਂ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰਨਗੇ ਕਿੱਥੇ ਕੀ ਮਿਲੇਗਾ, ਕਿੱਥੇ ਅਸੀਂ ਕੀ ਦੱਬਿਆ। ਹਾਂਜੀ, ਉਸ ਤੋਂ ਬਾਅਦ ਅਸੀਂ NRIs ਤੇ ਆਉਂਦੇ ਹਾਂ ਸਰ। ਇਹ ਦੁਆਬਾ ਹੈ, NRIਆਂ ਦਾ ਗਾੜਾ ਹੈ। ਲੋਕ ਜਿੱਥੇ NRIs ਨੂੰ ਮਨੀ ਬੈਗਸ ਦੇਖਦੇ ਆ, ਕੇਜਰੀਵਾਲ ਦੁਆਰਾ ਨਹੀਂ ਜਾ ਸਕਦਾ ਕੈਨੇਡਾ, ਉਹ ਜੁੱਤੇ ਲੈ ਕੇ ਖੜੇ ਆ ਤੇ ਹਿਸਾਬ ਮੰਗਦੇ ਆ। ਤੇ ਸਿੱਧੂ ਕਦੇ 500 ਰੁਪਏ ਦੀ ਪਲੇਟ ਲਈ ਗਿਆ ਨਹੀਂ ਕਿਤੇ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਵੀ ਡੂ ਨਾਟ ਸੀ them as just money bags. We see them as powerhouses of knowledge. We see them as enablers. We see them with people with ideas who are connected soulfully to Punjab. ਅਸੀਂ ਇੱਕ ਜਨਰੇਸ਼ਨ ਮਿਸ ਕਰਕੇ ਤੇ ਅਸੀਂ ਬਹੁਤ ਕੁਝ ਮਿਸ ਕਰ ਜਾਏ, ਕਿਉਂਕਿ ਜੇ ਉਹਨਾਂ ਦੇ ਬੱਚੇ ਵੱਡੇ ਹੋ ਗਏ, ਉਹ ਇੱਥੇ ਗਲੀਆਂ 'ਚ ਨਹੀਂ ਖੇਲੇ, ਉਹਨਾਂ ਦੀ ਆਤਮਾ ਇੱਥੇ ਨਹੀਂ ਵਸਦੀ, ਉਹ ਤੇ ਉੱਥੇ ਹਾਈ ਬਾਈ CI ਕਰਨਗੇ ਫਿਰ। Therefore, Punjab model wants to make them as shareholders in Punjab's development and revival. Contribution is not necessarily money, it is knowledge, ideas and connection. ਅਸੀਂ सम्मान देंगे ਤੇ ਉਹਨਾਂ ਨੇ ਅਰਮਾਨਾਂ ਨੂੰ ਖੰਭ ਦੇਾਂਗੇ। ਮੈਂ ਤੁਹਾਡੇ ਨਾਲ ਅੱਜ ਗੱਲ ਕਰਨਾ ਚਾਹਨਾ ਜਿਹੜੀ ਸ਼ਾਇਦ ਕਿਸੇ ਨੇ ਵੀ ਨਾ ਕੀਤੀ ਹੋਵੇ, ਰਿਸਰਚ ਡਰਿਵਨ। What are their problems? Their problems are legal rights are not protected. One, almost 10,000 NRIs are involved in litigation pertaining to property cases. Delay and obstacles in processes due to bureaucratic hurdles. Invest ਕਰਨ ਆਉਂਦੇ ਨੇ 2-3 ਮਹੀਨੇ, ਅਫਸਰਾਂ ਦੇ ਚੱਕਰ ਰਿਵਿਊ 'ਚ ਫਸ ਜਾਂਦੇ ਆ ਤੇ ਫਰਸਟ੍ਰੇਟ ਹੋ ਕੇ ਭੱਜ ਜਾਂਦੇ। Lack of professional advice, financial discrimination ਤੇ marital matrimonial disputes and exploitation. These are the problems that they face. The idea I have in mind, and I'm open to any idea from Paji, from anybody, is protection. Number one, protection of legal rights. There is a mechanism that I've set up with a lot of consultation, ਲੋਕਾਂ ਦੇ ਨਾਲ, stakeholders ਦੇ ਨਾਲ, a separate tribunal dealing with illegal usurping of NRI properties in their absence. One, fast track courts for NRI. Fast track courts, separate tribunal, enabling improvement in online transactions like Intakal, Takseem, ensuring NRIs can effect their transactions sitting abroad on digital portals.
This is the power of digital Punjab. Legal Aid Center, 24/7 helpline for NRIs. Complaints regarding matrimonial issues to be assigned to the legal team of the state under the advocate general for quick action in 30 days. ਹੁਣ ਸਭ ਤੋਂ ਵੱਡਾ point, Punjab doesn't have a database of NRIs. कोई database नहीं है. We will create an NRI commission, single point contact for NRIs. ये थानेदार को नहीं जाएगा, किसी SSP को नहीं जाएगा. Such as a guarantee grievance redressal within 30 days to invest assistance and the protection of his rights. चाहे उन्हें इन्वेस्टमेंट करनी है, चाहे लीगल प्रोटेक्शन लेनी है, NRI commission, single point contact, and he goes to no one. We do not have a database of NRIs. Having a database in first place is very important. Then we can connect our youth with the established NRI for mentorship, guidance and partnership. Not only that, Punjab youth ਜਿਹੜਾ ਵੀ ਹੈ ਉਹਨੂੰ guidance ਚਾਹੀਦੀ ਹੈ and the NRIs can lead him. NRI ਕੋਲ ਕਾਰਡ ਹੋਏਗਾ, single stop for non-residents to connect with the Punjab government. The multi-purpose photo identity card entitles every NRI to avail all these services and facilities offered by the government of Punjab. Eco card. NRI card holders will be given special preference to government offices, tehsils and redressal of all issues. ਇਹ ਜੀ NRIਆਂ ਦਾ ਸਾਡਾ ਪ੍ਰੋਗਰਾਮ ਹੈ. ਬਹੁਤ ਬਹੁਤ ਤੁਹਾਡਾ ਧੰਨਵਾਦ. ਇਹ 13 ਪੁਆਇੰਟ ਸੀ ਬਾਬੇ ਨਾਨਕ ਦੇ ਉਸ ਗੁਰਦੁਆਰੇ ਤੋਂ ਪ੍ਰੇਰਿਤ ਜਿੱਥੇ ਉਹਨਾਂ ਨੇ 13 ਤੋਲਿਆ ਸੀ. The power of the people must return to the people. ਮੈਂ ਭਾਜੀ ਤੋਂ ਮਾਫੀ ਮੰਗਦਾ ਕਿਉਂਕਿ ਪੂਰਾ ਦਾ ਪੂਰਾ ਇਹਨਾਂ ਦੇ ਸਾਹਮਣੇ ਇਹ ਮਹਾਰਾਜ ਰਿੰਗ ਮਾਸਟਰ ਨੇ, ਇਸ ਕਰਕੇ ਇਹਨਾਂ ਕੋਲ ਪੂਰਾ ਅਸੀਂ ਇਹਨਾਂ ਦੇ ਸਾਹਮਣੇ, ਸਾਡੇ ਵੱਡੇ ਵੀ ਨੇ, ਸੀਨੀਅਰ ਵੀ ਨੇ, ਇਹਨਾਂ ਦੇ ਸਾਹਮਣੇ ਪੂਰੇ ਦਾ ਪੂਰਾ ਪੰਜਾਬ ਨੂੰ ਦੇਣਾ ਸੀ. ਹੁਣ ਮੈਂ ਮਾਈਕ ਭਾਜੀ ਨੂੰ ਦੇ ਰਿਹਾ. ਮੇਰੀਆਂ ਬੱਖੀਆਂ ਵੀ ਚੜ ਗਈਆਂ ਥੋੜ੍ਹੀਆਂ ਜਿਹੀਆਂ, ਇਸ ਕਰਕੇ lend him your ears. ਨਹੀਂ lend him your ears and please listen to him whatever he has to say. ਹੋ ਰਹਿ ਗਿਆ ਮੀਡੀਆ ਸੇ ਕਹਿ ਦੋ ਕੇਬਲ ਰੈਗੂਲੇਟਰੀ ਕਮਿਸ਼ਨ ਥੋੜੇ ਪੈਸੇ ਬਚਾ ਕਰਨ ਕਿਹੜੇ ਜੁਆਰ ਲੈਂਦਾ. ਹਾਂ, ਮੀਡੀਆ ਵਾਸਤੇ ਕੇਬਲ ਰੈਗੂਲੇਟਰੀ ਕਮਿਸ਼ਨ ਤੁਹਾਡੇ ਪੂਰੇ ਪੈਸੇ ਬਚਣਗੇ, ਜੁਝਾਰ ਨੂੰ ਨਹੀਂ ਦੇਣੇ ਪੈਣੇ. ਲਓ, ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉੱਪਰ ਕਰ ਲਓ ਭਾਜੀ, ਛੋਟੇ ਵੀਰ ਸਰ ਨਵਜੋਤ ਸਿੰਘ ਸਿੱਧੂ ਜੀ, ਆਪਣੇ ਸ਼ੇਰਗੰਜ ਸਾਹਿਬ, ਸਾਰੇ ਹੀ ਪ੍ਰੈਸ ਦੇ ਵੀਰੋ. ਇਸ ਤਰ੍ਹਾਂ ਕਿ ਅੱਜ ਪ੍ਰਧਾਨ ਜੀ ਚਾਹੁੰਦੇ ਸੀ ਕਿ ਅਸੀਂ ਬੈਠ ਕੇ ਜਿਹੜਾ ਮੈਨੀਫੈਸਟੋ ਕਾਂਗਰਸ ਦਾ ਹੈ ਇਹਦੇ ਬਾਰੇ ਚੰਗੀ ਤਰ੍ਹਾਂ ਚਰਚਾ ਕਰ ਸਕੀਏ. ਇੱਕ ਦਿਨ ਪਹਿਲੇ ਵੀ ਮੀਟਿੰਗ ਹੋਈ ਹੈ, ਸਾਡੀ ਦੂਸਰੀ ਮੀਟਿੰਗ ਹੈ, ਤੁਸੀਂ ਉਹਨਾਂ ਦੇ ਸਾਰੇ ਵਿਚਾਰ ਸੁਣੇ ਨੇ. ਜਿਹੜਾ ਸਾਡਾ ਮੈਨੀਫੈਸਟੋ ਹੈ ਬੇਸਿਕਲੀ ਹਫਤੇ 'ਚ ਤਿਆਰ ਹੀ ਹੈ, ਬਟ ਇਹਨੂੰ 5-7 ਦਿਨਾਂ 'ਚ ਅਸੀਂ ਰਿਲੀਜ਼ ਕਰਾਂਗੇ. ਇਸੇ ਗੱਲ ਕਾਰਨ ਟਾਈਮ ਪ੍ਰਧਾਨ ਜੀ ਨੂੰ ਦਿੱਤਾ ਗਿਆ ਸੀ. ਮੈਂ ਉਸ ਦਿਨ ਬੋਲਾਂਗਾ ਜਿੱਦਾਂ ਰਿਲੀਜ਼ ਹੋ. ਇੱਕ ਗੱਲ ਮੋਟੇ ਤੌਰ ਤੇ ਸਮਝ ਲਓ, ਇਹਨਾਂ ਨੇ ਜਿਹੜਾ ਵਿਜ਼ਨ ਦਿੱਤਾ ਇਹ ਕਾਂਗਰਸ ਦਾ ਵਿਜ਼ਨ, ਇਹ ਕਿਸੇ ਇੰਡੀਵਿਜੂਅਲ ਦਾ ਵਿਜ਼ਨ ਨਹੀਂ. ਕਾਂਗਰਸ ਨੂੰ 75 ਸਾਲ ਰਾਜ ਕਰਦਿਆਂ ਨੂੰ, 70-75 ਸਾਲ ਦੇਸ਼ ਨੂੰ ਆਜ਼ਾਦ ਹੋਇਆ ਨੂੰ ਹੋਏ ਨੇ. ਆਜ਼ਾਦੀ ਵਿੱਚ ਨਮਾਇਆ ਰੋਲ ਅਦਾ ਕੀਤਾ ਤੇ ਉਸ ਤੋਂ ਬਾਅਦ ਜਿਸ ਪੋਜੀਸ਼ਨ 'ਚ ਵੀ ਅੱਜ ਹਿੰਦੁਸਤਾਨ, ਮੋਦੀ ਸਾਹਿਬ ਭਾਵੇਂ ਜੋ ਮਰਜ਼ੀ ਕਹਿਣ, ਪਰ ਸਾਰੇ ਲੋਕਾਂ ਨੂੰ ਪਤਾ ਹੈ ਕਿ ਵਿਜ਼ਨ ਜਿਹੜਾ ਹੈ ਕਾਂਗਰਸ ਦੀ ਲੀਡਰਸ਼ਿਪ ਨੇ. ਇੱਕ ਵਕਤ ਸੀ ਚੰਦਰ ਸ਼ੇਖਰ ਜੀ ਦੇ ਵੇਲੇ ਜਦੋਂ ਹਿੰਦੁਸਤਾਨ ਦਾ ਸਾਰਾ ਸੋਨਾ ਵੀ ਬੈਂਕ ਆਫ ਇੰਗਲੈਂਡ ਕੋ ਨਿਲਾਮ ਹੋ ਗਿਆ ਸੀ ਤੇ ਵਿਦਨ ਈਅਰਸ ਕਾਂਗਰਸ ਦੀ ਸਰਕਾਰ ਨੇ ਸੋਨਾ ਵੀ ਵਾਪਸ ਲਿਆਂਦਾ ਤੇ ਹਿੰਦੁਸਤਾਨ ਨੂੰ ਇੱਕ ਵਾਰ ਫੇਰ ਸੋਨੇ ਦੀ ਚਿੜੀਆ ਬਣਾਉਣ ਦੀ ਜ਼ੋਰ ਕੋਸ਼ਿਸ਼ ਕੀਤੀ. ਸਾਹਿਬ ਮਨਮੋਹਨ ਸਿੰਘ ਜੀ ਨੇ ਵੀ ਕੀਤੀ, ਰਾਓ ਸਾਹਿਬ ਨੇ ਵੀ ਕੀਤੀ. ਹੁਣ ਬੇਨਤੀ ਇਹ ਹੈ ਕਿ ਮੋਟੇ ਤੌਰ ਸਰ ਨਵਜੋਤ ਸਿੰਘ ਸਿੱਧੂ ਜੀ ਦੇ ਇਸ ਆਈਡੀਆ ਨਾਲ ਮੈਂ ਸਹਿਮਤ ਹਾਂ ਕਿ ਪੰਜਾਬ ਦੀ ਲੁੱਟ ਹੁੰਦਿਆਂ ਨੂੰ ਬਹੁਤ ਲੰਬਾ ਟਾਈਮ ਹੋ ਗਿਆ. ਪੰਜਾਬ ਦੇ ਲੋਕ ਤੇ ਪੰਜਾਬ ਦੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਤੇ ਸੂਰਬੀਰਾਂ ਦੀ ਧਰਤੀ. ਅਸੀਂ ਚਾਹੁੰਦੇ ਹਾਂ, ਲੋਕ ਦੁਖੀ ਹੋ ਚੁੱਕੇ, ਕੋਈ ਇਹੋ ਜਿਹਾ ਮਾਡਲ ਲੈ ਕੇ ਆਈਏ ਕਿ ਪੰਜਾਬ ਜਿਹੜਾ 1 ਨੰਬਰ ਦਾ ਸੂਬਾ ਸੀ
ਸਾਹਿਬ ਪ੍ਰਤਾਪ ਸਿੰਘ ਕੈਰੋਂ, ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਵੇਲੇ, ਅੱਜ ਅਸੀਂ 16ਵੇਂ 17ਵੇਂ ਨੰਬਰ ਤੇ ਚੱਲੇ। ਜਿਹੜੇ ਸਾਡੇ ਤੋਂ ਬਾਅਦ ਸਾਡੇ ਵਿੱਚੋਂ ਜਿਹੜੇ ਸੂਬੇ ਨਵੇਂ ਆਏ, ਹਰਿਆਣਾ ਆਇਆ, ਹਿਮਾਚਲ ਆਇਆ, ਅੱਜ ਉਹ ਤੁਸੀਂ ਬਹੁਤ ਸਾਰੇ ਪੈਰਾਮੀਟਰ ਸਾਡੇ ਨੂੰ ਕਿਤੇ ਬੈਠੇ ਨੇ, ਗਵਰਨੈਂਸ ਉੱਥੇ ਬੈਠੇ। ਤਾਂ ਅਸੀਂ ਚਾਹਾਂਗੇ ਕਿ ਲੋਕਾਂ ਦੀ ਲੁੱਟ ਖਸੁੱਟ ਬੰਦ ਕਰੀਏ। ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਕਿਸੇ ਨੇ ਧਿਆਨ ਨਹੀਂ ਕੀਤਾ, ਕਿਸੇ ਸਿਆਸੀ ਪਾਰਟੀ ਨੇ, ਕਿਸੇ ਸਿਆਸੀ ਲੀਡਰ ਨੇ ਗੱਲ ਨਹੀਂ ਕੀਤੀ। ਪਿਛਲੇ 50 ਸਾਲਾਂ 'ਚ ਮੇਰੇ ਵੀਰੋ ਚੰਗੀ ਤਰ੍ਹਾਂ ਸੁਣ ਲਓ ਇਸ ਗੱਲ, 75 ਲੱਖ ਤੋਂ ਜ਼ਿਆਦਾ ਸਾਡੇ ਪੰਜਾਬੀ ਜਿਹੜੇ ਨੇ ਬਾਹਰਲੇ ਮੁਲਕਾਂ ਚਲੇ ਗਏ। ਹਰ ਸਾਲ 1.5 ਲੱਖ ਪੰਜਾਬੀ ਖੁਦ ਵੀ ਜਾ ਰਿਹਾ। ਸਾਡਾ ਬੈਸਟ ਸੀਡ ਜਿਹੜਾ ਡਾਕਟਰਸ ਨੇ, ਇੰਜੀਨੀਅਰਸ ਨੇ, ਡੈਂਟਿਸਟ ਨੇ, IT ਦੇ ਟੈਕਨੋਲੋਜਿਸਟ ਨੇ, ਉਹ ਸਾਰੇ ਦੇ ਸਾਰੇ ਬਾਹਰ ਜਾ ਰਹੇ। 25,000 ਕਰੋੜ ਦੀ ਜਾਇਦਾਦ ਹਰ ਸਾਲ ਪੰਜਾਬ ਦੀ ਬਾਹਰਲੇ ਦੇਸ਼ਾਂ ਜਾ ਰਹੀ। ਮੈਨੂੰ ਇਸ ਗੱਲ ਦਾ ਨਵਜੋਤ ਜੀ ਵੱਡਾ ਖਦਸ਼ਾ ਹੈ ਕਿ ਜੇ ਇਹੀ ਕੰਮ ਚੱਲਦਾ ਰਿਹਾ 30 ਸਾਲਾਂ ਤੱਕ ਪੰਜਾਬ ਦੇ ਵਿੱਚ ਘੱਟ ਗਿਣਤੀ 'ਚ ਹੋ ਜਾਣਾ। ਰਹਿਣ ਜੋ ਉਹ ਬਾਹਰਲਾ ਬੰਦਾ ਆ ਕੇ ਪੰਜਾਬ ਦੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਰਾਜ ਕਰਦਾ ਰਿਹਾ, ਇਹ ਉਹ ਰਾਜ ਕਰਨਗੇ। ਸਾਨੂੰ ਇਹਨੂੰ ਰੋਕਣ ਦੀ ਲੋੜ। ਅਸੀਂ ਰੋਕ ਤਾਂ ਪਾਵਾਂਗੇ ਜੇ ਅਸੀਂ ਇੱਥੇ ਓਨੈਸਟ ਅਪਰਾਈਟ ਐਡਮਿਨਿਸਟ੍ਰੇਸ਼ਨ ਦੇ, ਜੇ ਰਿਫਾਰਮਸ ਲੈ ਕੇ ਆਵਾਂ। ਜੇ ਤੁਸੀਂ ਚੇਂਜ ਲੈ ਕੇ ਆਉਣਾ ਚਾਹੋ ਤੇ ਆ ਸਕਦੇ, ਤਾਂ ਅਸੀਂ ਲੈ ਕੇ ਆਵਾਂ। ਮੈਂ ਇਸ ਗੱਲ ਦਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਡੇ ਇਹ ਜਿਹੜਾ ਮੈਨੀਫੈਸਟੋ ਆਏਗਾ, ਇਹ ਹਮੇਸ਼ਾ ਵਾਸਤੇ ਪੰਜਾਬ ਦੀ ਤਕਦੀਰ, ਇਹਦੀ ਜਿਹੜੀ ਇਹਦੀ ਸ਼ਕਲ ਹੈ ਉਹ ਬਦਲ ਕੇ ਰੱਖਦੇ। ਤਾਂ ਇਹ ਤੁਹਾਨੂੰ ਅਸੀਂ ਪ੍ਰੋਮਿਸ ਕਰਨੇ ਆ। ਬਾਕੀ ਮੇਰੀ ਗੱਲਬਾਤ ਚੀਫ ਮਿਨਿਸਟਰ ਨਾਲ ਵੀ ਹੋ ਚੁੱਕੀ ਹੈ, ਚਰਨਜੀਤ ਸਿੰਘ ਚੰਨੀ ਜੀ ਨਾਲ, ਪ੍ਰਧਾਨ ਜੀ ਨਾਲ ਵੀ ਹੋ ਚੁੱਕੀ ਹੈ। ਬਹੁਤ ਸਾਰੇ ਸਟੇਕ ਹੋਲਡਰਸ ਜਿਹੜੇ ਉਹਨਾਂ ਨਾਲ ਅਸੀਂ ਗੱਲ ਕਰ ਲਈਏ। ਇਹ ਜਿਹੜਾ ਮੈਨੀਫੈਸਟੋ ਹੋਏਗਾ, ਇਹਦੇ ਤੇ ਸਮੁੱਚਾ ਪੰਜਾਬੀ ਜਗਤ ਜਿਹੜਾ ਇਸ ਤੋਂ ਖੁਸ਼ ਵੀ ਹੋਏਗਾ, ਪ੍ਰਾਊਡ ਵੀ ਹੋਏਗਾ। ਅਸੀਂ ਹਰ ਸੈਕਸ਼ਨ ਇਮਾਨਦਾਰੀ ਨਾਲ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਉਹ ਗੱਲ ਕਰਾਂਗੇ ਜਿਹੜੀ ਅਸੀਂ ਨੇਪਰੇ ਚਾੜ ਸਕਾਂਗੇ। ਕੋਈ ਇੱਥੇ ਇਹੋ ਜਿਹਾ ਪ੍ਰੋਮਿਸ ਨਹੀਂ ਕੀਤਾ ਜਾਏਗਾ ਜਿਹੜਾ ਆਉਂਦੇ ਟਾਈਮ 'ਚ ਗਲਤ ਸਾਬਤ ਹੋਏਗਾ। ਪੰਜਾਬ ਬਦਲੇਗਾ, ਪੰਜਾਬ ਦੀ ਤਸਵੀਰ ਬਦਲੇਗੀ, ਪੰਜਾਬ ਦੀ ਸ਼ਕਲ ਬਦਲੇਗੀ। ਇਹੀ ਟੀਚਾ ਇਸ ਟਾਈਮ ਸਾਡੀ ਸਾਰੀ ਕਾਂਗਰਸ ਦੀ ਲੀਡਰਸ਼ਿਪ ਦਾ। ਤੋਂ ਇੰਨਾ ਹੀ ਕਹਿੰਦੇ ਹੋਏ ਮੈਂ ਤੁਹਾਨੂੰ ਯਕੀਨ ਦਿਵਾਨਾ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਕਾਂਗਰਸ ਦਾ ਮੈਨੀਫੈਸਟੋ ਹੋਏਗਾ, ਉਹ ਹਰ ਵਰਗ ਇਸ ਗੱਲ ਤੇ ਖੁਸ਼ ਹੋਏਗਾ ਕਿ ਹਰ ਵਰਗ ਦਾ ਧਿਆਨ ਕੀਤਾ ਗਿਆ। ਇੱਕ ਵੱਡੇ ਪੈਮਾਨੇ ਤੇ ਚੇਂਜ ਜਿਹੜੀ ਪੰਜਾਬ ਲੱਭਦਾ ਸੀ ਉਹ ਕਾਂਗਰਸ ਤੋਂ ਲੱਭਾ। ਦੇਖੋ ਇੱਕ ਚੰਗੀ ਤਰ੍ਹਾਂ ਸਮਝ ਲਓ ਇਸ ਗੱਲ, ਨਵੇਂ ਐਕਸਪੈਰੀਮੈਂਟ ਕਰਨ ਦਾ ਕੋਈ ਆਈਡੀਆ। ਮੱਝ ਵੇਚ ਕੇ ਘੋੜਾ ਖਰੀਦਣ ਦਾ ਕੋਈ ਫਾਇਦਾ ਨਹੀਂ। ਦੁੱਧ ਪੀਣੋਂ ਜਾਈਏ ਤੇ ਲਿੱਦ ਚੁੱਕਣੀ ਪਏ। ਇਹ ਜਿਹੜੀਆਂ ਆਲਰੇਡੀ ਜਿਹੜੀਆਂ ਪਾਰਟੀਆਂ ਨੇ, ਜਿਹੜੀਆਂ ਸਟੈਬਲਿਸ਼ ਜਮਾਤਾਂ ਨੇ, ਜਿਨ੍ਹਾਂ ਦੇ ਕ੍ਰੈਡੀਬਿਲਿਟੀ ਹੈ, ਜਿਨ੍ਹਾਂ ਨੇ ਆਪਣੇ ਗਵਰਨ ਕਰਕੇ ਵਿਖਾਇਆ, ਉਹਨਾਂ ਪਿੱਛੇ ਲੱਗੇ। ਨਵੇਂ ਐਕਸਪੈਰੀਮੈਂਟ ਨਾ ਕਰੀਏ। ਨਵੇਂ ਐਕਸਪੈਰੀਮੈਂਟਸ ਕੁਝ ਨਹੀਂ ਹੈ। ਅਸੀਂ ਹੀ, ਮੈਂ ਯਕੀਨ ਦਿਵਾਨਾ, ਚਿਹਰਾ ਮੋਹਰਾ ਬਦਲਾਂਗੇ। ਪਹਿਲੀ ਹਰੀ ਕ੍ਰਾਂਤੀ ਵੀ ਕਾਂਗਰਸ ਲੈ ਕੇ ਆਈ ਸੀ, ਦੂਜੀ ਹਰੀ ਕ੍ਰਾਂਤੀ ਵੀ ਜਿਹੜੀ ਇਹ ਵੀ ਕਾਂਗਰਸ ਹੀ ਲੈ ਕੇ ਆਏਗੀ, ਪੰਜਾਬ 'ਚ ਚੇਂਜਸ ਕਰੇਗੀ। ਸੋ ਮੈਂ ਪ੍ਰਧਾਨ ਜੀ ਦਾ ਹੀ ਮਸ਼ਕੂਰ ਹਾਂ ਕਿ ਉਹਨਾਂ ਨੇ ਆਪਣਾ ਜਿਹੜਾ ਬਹੁਤ ਲੰਬੀ ਰਿਸਰਚ ਇਹਨਾਂ ਕੀਤੀ ਹੈ, ਉਹ ਪੰਜਾਬ ਦੀ ਬਿਹਤਰੀ ਵਾਸਤੇ ਤੁਹਾਡੇ ਸਾਹਮਣੇ ਉਹਨਾਂ ਰੱਖੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਵੇਲ ਕਰਦੇ ਹੋਏ ਚੰਦ ਦਿਨਾਂ ਦੇ ਵਿੱਚ ਇਹ ਜਿਹੜਾ ਹੈ ਅਸੀਂ ਆਪਣਾ ਮੈਨੀਫੈਸਟੋ ਸਾਹਮਣੇ ਰੱਖਾਂਗੇ। ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਇੱਕ ਸਵਾਲ ਜੋ ਸਿੰਘ ਸਿੱਧੂ ਸਾਹਿਬ ਨੂੰ ਅਸੀਂ ਬਾਰ-ਬਾਰ ਕਰਦੇ ਰਹੇ ਕਿ ਇਹ ਮੈਨੀਫੈਸਟੋ ਦਾ ਹਿੱਸਾ ਹੋਏਗਾ। ਤੁਸੀਂ ਮੋਟੇ ਤੌਰ ਤੇ ਦੱਸ ਦਿਓ ਕਿ ਸਿੱਧੂ ਸਾਹਿਬ ਦੇ ਜਿਹੜੇ 13 ਪੁਆਇੰਟਸ ਦਿੱਤੇ ਨੇ, ਉਹ 13 ਪੁਆਇੰਟਸ ਦੇ ਵਿੱਚੋਂ ਕਿੰਨੇ ਕੁ ਤੁਸੀਂ ਮੈਨੀਫੈਸਟੋ 'ਚ ਸ਼ਾਮਲ ਕਰ ਰਹੇ ਹੋ, ਜਾਂ ਕਿਸ ਤਰ੍ਹਾਂ ਦੇ ਨਾਲ ਐਡੀਸ਼ਨ ਕਿਵੇਂ ਹੋ ਰਹੀ ਹੈ? ਛੋਟੇ ਵੀਰ ਇਸ ਤਰ੍ਹਾਂ ਪ੍ਰਧਾਨ ਜੀ 1 ਘੰਟਾ ਬੋਲਿਆ, ਮੈਨੀਫੈਸਟੋ ਦਾ ਚੇਅਰਮੈਨ 2 ਮਿੰਟ ਬੋਲਿਆ। ਤੁਸੀਂ ਸਮਝਦੇ ਹੋ ਕਿ ਬਿਨਾਂ ਗੱਲੋਂ ਹੀ ਬੋਲਦੇ ਰਹੇ। ਜੇ ਇਹਨਾਂ ਦਾ ਹਿੱਸਾ ਨਾ ਹੀ ਬਣਨਾ ਹੁੰਦਾ। ਮੈਂ ਨਾ ਹੀ ਨਹੀਂ ਗੱਲ ਕਹੀ, ਮੈਂ ਕਹਿ ਰਿਹਾ ਕਿੰਨੇ ਕੁ ਪੁਆਇੰਟਸ ਤੁਸੀਂ ਜਾਂ ਟੋਟਲੀ ਇਹਨਾਂ ਦੇ 13 ਹੋਣਗੇ ਤੇ 5-7 ਸਾਡੇ ਵੀ ਹੋਣਗੇ। ਸਾਰਾ ਕੁਝ ਆਏਗਾ। ਕੁਝ ਚੀਜ਼ਾਂ ਮਿਸ ਵੀ ਹੋਈਆਂ ਨੇ, ਉਹ ਵੀ ਅਸੀਂ ਵਿੱਚ ਪਾਵਾਂਗੇ। ਸੋ ਬੇਸਿਕਲੀ ਜਦੋਂ ਵੀ ਵੇਖੋ ਵੈਲ ਮੀਨਿੰਗ ਪੰਜਾਬ ਦਾ ਭਲਾ ਚਾਹੁੰਦੇ, ਜਦੋਂ ਬੰਦਾ ਵੈਲ ਮੀਨਿੰਗ ਹੋਏ, ਪੰਜਾਬ ਦਾ ਭਲਾ ਚਾਹੁੰਦਾ ਹੋਏ, ਉਹਨਾਂ ਦੀ ਸਾਰੀ ਗੱਲ ਨੂੰ ਸਮੁੱਚੀ ਪਾਰਟੀ ਜਿਹੜੀ ਬੜੀ ਗੰਭੀਰਤਾ ਨਾਲ ਵਿਚਾਰ ਰਹੀ। ਐਂਡ ਥੀਸ ਆਰ ਵੈਰੀ ਵੈਲ ਰਿਸਰਚਡ ਪੁਆਇੰਟ। ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਕਿ ਹਵਾ ਦੇ ਵਿੱਚ ਲੋਕਾਂ ਨੂੰ ਮਿਸਲੀਡਿੰਗ ਨਹੀਂ। ਦੇਖੋ ਤੁਹਾਨੂੰ ਸਿੱਧੂ ਸਾਹਿਬ ਦੀ ਕਮਿਟਮੈਂਟ ਵੀ ਪਤਾ ਤੇ ਸਾਡੀ ਵੀ ਪਤਾ। ਜਿਹੜੀ ਗੱਲ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ, ਪੰਜਾਬ ਦੀ ਬਿਹਤਰੀ ਵਾਸਤੇ ਕਰਾਂਗੇ, ਆਉਣ ਵਾਲੇ ਭਵਿੱਖ ਵਾਸਤੇ ਕਰਾਂਗੇ। ਸਾਡੀ ਜ਼ਿੰਦਗੀ ਦੇ ਕਿੰਨੇ ਸਾਲ ਹੋ ਰਹੇ ਗਏ। ਸੋ ਇਸ ਗੱਲ ਕਾਰਨ ਅਸੀਂ ਵੀ ਚਾਹੁੰਦੇ ਹਾਂ ਸਾਡੀ ਛਾਪ ਇੱਥੇ ਜਾਏ ਕਿ ਕੁਝ ਬੰਦੇ ਅਜੇ ਵੀ ਇਸ ਕਿਸਮ ਦੇ ਵੈਲ ਮੀਨਿੰਗ ਐਸੀ ਜਿਨ੍ਹਾਂ ਨੇ ਪੰਜਾਬ ਦੀ ਤਕਦੀਰ ਤੇ ਸ਼ਕਲ ਬਦਲੀ। ਅਸੀਂ ਇਹ ਚਾਹਾਂਗੇ ਲੌਂਗ ਟਾਈਮ ਸਾਡੀ ਇਹ ਛਾਪ ਜਾਣੀ ਚਾਹੀਦੀ ਹੈ। ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਨਵਜੋਤ ਸਿੰਘ ਸਿੱਧੂ ਨੇ ਵੀ ਹਰ ਪੋਜੀਸ਼ਨ ਵੀ
ਤੁਹਾਡੇ ਦਾਸ ਨੇ 4 ਚੀਫ ਮਿਨਿਸਟਰਾਂ ਨਾਲ ਕੈਬਨਿਟ 'ਚ ਮਿਨਿਸਟਰ ਰਹਿ ਲਿਆ, ਲੋਕ ਸਭਾ 'ਚ ਰਹਿ ਲਿਆ, ਰਾਜ ਸਭਾ 'ਚ ਰਹਿ ਲਿਆ, ਪਾਰਟੀ ਦਾ ਪ੍ਰਧਾਨ ਰਹਿ ਲਿਆ। ਤਾਂ ਕਿਸੇ ਗੱਲ ਦੀ ਕੋਈ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਕਮੀ ਪੇਸ਼ੀ ਹੈ ਨਹੀਂ। ਅਸੀਂ ਇੰਨਾ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਹਮੇਸ਼ਾ ਵਾਸਤੇ ਲੋਕ ਇਸ ਗੱਲ ਦਾ ਜਿਹੜਾ ਪੋਲੀਟੀਸ਼ੀਅਨਸ ਤੇ ਪੋਲੀਟੀਕਲ ਕਲਾਸ ਤੇ ਜਿਹੜਾ ਕੁਐਸਚਨ ਮਾਰਕ ਉਠਾ ਰਹੇ ਨੇ ਉਹ ਹਟਣਾ ਚਾਹੀਦਾ। ਲੋਕਾਂ ਦਾ ਫੇਥ ਇੱਕ ਵਾਰ ਫੇਰ ਰੀਸਟੈਬਲਿਸ਼ ਕਰਨਾ ਜਿਹੜਾ ਉਹ ਕਾਂਗਰਸ ਤੋਂ ਇਲਾਵਾ ਤੇ ਕਾਂਗਰਸੀ ਲੀਡਰਸ਼ਿਪ ਤੋਂ ਇਲਾਵਾ ਨਹੀਂ ਹੋ ਸਕਦਾ। ਇਹ ਅਸੀਂ ਕਰਕੇ ਵਿਖਾਵਾਂਗੇ। ਸੋ ਪ੍ਰਧਾਨ ਜੀ ਦੇ ਹਰ ਇਹ ਜਿਹੜੇ ਦਿੱਤੇ ਹੋਏ ਇਹਨਾਂ ਦੇ ਵੈਲ ਰਿਸਰਚ ਇਹ ਸਾਰੇ ਪੁਆਇੰਟਸ ਨੇ ਉਹ ਆਲਮੋਸਟ ਤੁਸੀਂ ਸਮਝੋਗੇ ਜਦੋਂ ਸਾਡਾ ਮੈਨੀਫੈਸਟੋ ਬਾਹਰ ਆਏਗਾ ਤੁਸੀਂ ਵੇਖੋਗੇ ਕਿ ਹਰ ਚੀਜ਼ ਨੂੰ ਅਸੀਂ ਬਕਾਇਦਾ ਤੌਰ ਸੀਰੀਅਸਲੀ ਲੈਂਦੇ ਹੋਏ ਬਿਕੋਜ਼ ਦੇ ਵੈਰੀ ਵੈਲ ਰਿਸਰਚ ਐਂਡ ਵੈਲ ਮੀਨਿੰਗ ਐਂਡ ਇਹਦੇ ਨਾਲ ਹੀ ਚੇਂਜਸ ਆਉਣਗੇ। ਅਸੀਂ ਜਿਹੜੀ ਪੰਜਾਬ ਦੇ ਵੱਡੇ ਪੈਮਾਨੇ ਤੇ ਲੁੱਟ ਖਸੁੱਟ ਹੋ ਰਹੀ ਉਸ ਨੂੰ ਰੋਕਣ ਦਾ ਉਹਦਾ ਸਾਰੀ ਲੀਕੇਜ ਹਟਾਉਣ ਦਾ ਸੋ ਦੈਟ ਉਹ ਪੈਸਾ ਜਿਹੜਾ ਪੰਜਾਬ ਦੇ ਲੋਕਾਂ ਦੀ ਜੇਬਾਂ ਦੇ ਜਾਂ ਅਫਸਰਸ਼ਾਹੀ ਦੀ ਜੇਬਾਂ ਦੇ ਬਜਾਏ ਜਾਂ ਕੁਝ ਮਿਡਲਮੈਨ ਦੀ ਜੇਬਾਂ ਦੇ ਬਜਾਏ ਇਹ ਪੰਜਾਬ ਦੇ ਖਜ਼ਾਨੇ 'ਚ ਆਉਣਾ ਚਾਹੀਦਾ ਪੈਸਾ। ਇਹਨਾਂ ਦੀ ਸੋਚ ਵੀ ਹੈ, ਸਾਡੀ ਸੋਚ ਵੀ ਹੈ, ਪੰਜਾਬ ਦੇ ਨੌਜਵਾਨਾਂ ਦੀ ਸੋਚ ਵੀ ਹੈ, ਦੁਨੀਆ ਭਰ 'ਚ ਬੈਠੇ ਪੰਜਾਬੀ ਜਿਹੜੇ ਬਹੁਤ ਕਾਮਯਾਬ। ਹਾਂਜੀ इसके लिए तो आपको इनको सीएम बनाना पड़ेगा, अदरवाइज ये पॉसिबल नहीं नजर आ रहा है। देखिए मेरी एक बात सुनिए, इसको मजाक में मत क्या कर रहे हैं। सीएम बनना इम्पोर्टेंट नहीं, पंजाब को बचाना इम्पोर्टेंट। सीएम तो आपको पता है एक प्रोसेस है, पहले लोग मेजॉरिटी देंगे, उसके बाद आपको पता है सीएलपी होती है, सीएलपी में व्यूज लिए जाते हैं, पार्टी हाईकमांड फिर फैसला करती है। ये तो कोई ऐसी बात नहीं। एंड ये भी त्यागी, त्याग करने वाले इतनी इनको भी इतनी ज़्यादा वो जैसे कहते हैं ना इतनी नहीं है वो तड़प कि मैं इस तड़प इसी बात की है कि जो लोगों ने इतना बड़ा प्यार किया है, हमारे कंधों पर बोझ डाला है, तो वो जो उनका हमारे पर भरोसा है वो भरोसा टूटना चाहिए। ये सीएम बनना या ना बनना ये बड़ी, आप मुझे बताएं जयप्रकाश नारायण कभी सीएम बने थे? विनोबा भावे जी कभी सीएम बने थे? महात्मा गांधी कहाँ सीएम बने थे? सो ये आप उस बात पर देखो, इससे मजाकिया बात बन, इससे ये होता है कि जिस आदमी ने ईमानदारी से अपनी बात रखी उसको हम कहीं और घुमाकर पहुंचाना चाहते हैं। वही आपका पिछले 5 साल ईमानदारी के साथ अपनी बात रखता रहा है, चाहे वो जुझार केबिल वाले की बात हो या जो कुछ भी हो। यू नो दैट वेरी वेल कि इन्होंने 6 महीने जब ये लोकल बॉडी सीएम थे इन्होंने पूरी लोकल बॉडी एमएलए को लगा दिया था कि एक केबिल। एक मिनट मेरी बात सुनिए, अगर आपकी गवर्नमेंट ने क्या उसमें रिजल्ट आप मैं भी उसी गवर्नमेंट से बाहर हूँ, जिसकी सजा ये भुगत रहे मैं भी वही भुगत रहा हूँ, इसीलिए मुझे मैनिफेस्टो कमेटी का चेयरमैन बनाया। अगर जिसने इम्प्लीमेंट नहीं किया वो पार्टी से बाहर, अगर वो इम्प्लीमेंट करता हम बाहर होते वो अंदर होता, अब हम अंदर है वो बाहर है, तो इसीलिए हम इम्प्लीमेंट करेंगे ये मैं यकीन। नहीं भाजी देंगे सवाल उत्तर मैनू पुछते रहो आज का दिन इन्होंने बहुत सवाल। ਸੁਪਰੀਮ ਕੋਰਟ ਨੇ ਇਨਸਟਰਕਸ਼ਨ ਪਾਸ ਆਨ ਕੀਤੀ ਹੈ ਰਿਗਾਰਡਿੰਗ ਵਾਅਦਿਆਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਝੂਠੇ ਵਾਅਦੇ ਨਹੀਂ ਕੀਤੇ ਜਾਣੇ ਚਾਹੀਦੇ। ਲੋਕਾਂ ਦਾ ਪੈਸਾ ਲੋਕਾਂ ਕੋਲ। ਸੁਪਰੀਮ ਕੋਰਟ ਨੇ ਅੱਜ ਇਲੈਕਸ਼ਨ ਕਮਿਸ਼ਨ ਨੂੰ ਇਨਸਟਰਕਸ਼ਨ ਪਾਸ ਆਨ ਕੀਤੀਆਂ ਹੈ ਝੂਠੇ ਵਾਅਦੇ ਜਿਹੜੀ ਪਾਰਟੀਆਂ ਕਰਦੀਆਂ ਉਹਨਾਂ ਦੇ ਚੋਣ ਜਿਹੜੇ ਮੈਨੀਫੈਸਟੋ ਤੇ ਪਾਰਟੀਆਂ ਦਾ ਸਿੰਬਲ ਕੈਂਸਲ ਕੀਤਾ ਜਾਵੇ ਜਾਂ ਜਿੰਨੇ ਹੋਰ ਉਹਨਾਂ ਦੀ ਕੈਂਸਲੇਸ਼ਨ ਕੀਤੀ ਜਾਣ ਸਾਰੀਆਂ। ਨਹੀਂ ਦੈਟ ਇਜ਼ ਅ ਨੋਟਿਸ ਔਨ ਫ੍ਰੀ ਬੀਜ਼ ਬ੍ਰੋ। ਉਹ ਤੇ ਫ੍ਰੀ ਬੀਜ਼ ਦੇ ਉੱਤੇ ਨੋਟਿਸ ਹੈਗਾ ਉਹ ਲੋਕਾਂ ਦਾ ਵੇਖੋ ਇੰਨੀ ਵੈਲ ਇੱਕ ਮਿੰਟ ਇੱਕ ਮੇਰੀ ਗੁਜ਼ਾਰਿਸ਼ ਸੁਣ ਲਓ ਫॉर गॉड ਸੇਕ ਫॉर द ਵੈਲਫੇਅਰ ਆਫ ਪੰਜਾਬ। ਇੱਕ ਬੰਦਾ ਬੰਦੇ ਇੱਕ ਕਿਰਪਾ ਕਰਕੇ ਸਾਡੀ ਇੰਟੈਂਸ਼ਨ ਤੇ ਕੁਐਸਚਨ ਮਾਰਕ ਕਰੋ। ਨਹੀਂ ਅੱਜ ਭਾਜੀ ਐਡਰੈਸ ਚਲੋ ਸਿੱਧੂ ਸਾਹਿਬ ਨੂੰ ਪੁੱਛੋ। ਨਹੀਂ ਅੱਜ ਮੈਨੀਫੈਸਟੋ ਹੈਡ ਹੋਣੇ ਅੱਜ ਉਹਨਾਂ ਨੂੰ ਪੁੱਛੋ। ਬਾਜਵਾ ਸਾਹਿਬ ਇਹਦਾ ਜਵਾਬ ਦੇ ਦਿਓ। ਹਾਂ ਦੱਸੋ। ਜਿਹੜੇ ਸਿੱਧੂ ਸਾਹਿਬ ਨੇ ਇਹ ਰਿਸਰਚ ਕਰਕੇ ਇਹ ਫਾਰਮੂਲੇ ਅੱਗੇ ਰੱਖੇ ਨੇ ਕੀ ਇਹ ਸਰਚ ਇਹਨਾਂ ਦੇ ਰਿਸਰਚ ਕੇ ਜਾਂ ਫਿਰ ਹਾਈ ਕਮਾਂਡ ਦੇ ਨਾਲ ਕੋਈ ਸਲਾਹ ਮਸ਼ਵਰਾ ਹੋਇਆ? ਮੈਂ ਕਿਹਾ ਕਿਸੇ ਦੀ ਉਹ ਅੰਬ ਖਾਓ ਯਾਰ ਗੁੱਟਲੀਆਂ ਤੋਂ ਕੀ ਲੈਣਾ ਸਿੱਧੂ ਸਾਹਿਬ ਕੱਲ ਹੱਦ ਹੋ ਗਈ ਹੈ। ਇੱਕ ਮਿੰਟ ਮੇਰੀ ਬੇਨਤੀ ਸੁਣ ਇੱਕ ਮਿੰਟ ਤੁਹਾਡੀ ਕੱਲਿਆਂ ਦੀ ਹੈ ਇੱਕ ਛੋਟੇ ਵੀ 2 ਮਿੰਟ ਮੇਰੀ ਗੱਲ ਆਪਾਂ ਇਹ ਤੋਂ ਕੀ ਲੈਣਾ ਯਾਰ? ਮੇਰੀ ਸੁਣ ਲਓ। ਪਾਰਟੀ ਪ੍ਰਧਾਨ ਦਾ ਬਹੁਤ ਵੱਡਾ ਦਾਇਤਵ ਹੁੰਦਾ, ਇੱਕ ਜ਼ਿੰਮੇਵਾਰੀ ਹੁੰਦੀ। ਪਾਰਟੀ ਪ੍ਰਧਾਨ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੀ ਇਜ਼ ਡਨ ਅ ਗੁੱਡ ਟਾਸਕ। ਜੇ ਆਪਾਂ ਰਿਸਰਚ ਹੀ ਨਾ ਕਰਦੇ ਤਾਂ ਲੋਕਾਂ ਨੂੰ ਅਸੀਂ ਲੀਡਰਸ਼ਿਪ ਕੀ ਦੇਣੀ ਹੈ? ਹੀ ਇਜ਼ ਡਨ ਅ ਗੁੱਡ ਰਿਸਰਚ, ਵੀ ਆਰ ਡੂਇੰਗ ਆਵਰ ਓਨ ਰਿਸਰਚ। ਇਹਦੀ ਵੈਟਿੰਗ ਵੀ ਹੋਣੀ ਹੈ, ਅਜੇ ਇਹ ਨਹੀਂ ਹੋਣਾ
ਕਿ ਮੈਂ ਕੀ ਕਹਿਤਾ ਇਹਨਾਂ ਨੇ ਕੀ ਕਹਿਤਾ ਤੇ ਸਾਰਾ ਕੰਮ ਸਿਰੇ ਚੜ ਗਿਆ। ਇਹਦੀ ਵੈਟਿੰਗ ਵੀ ਗਵਰਨਮੈਂਟ ਆਫ ਸਾਡੀ ਜਿਹੜੀ ਸੈਂਟਰਲ ਪਾਰਟੀ ਹੈ ਜਿਹਦੇ ਵਿੱਚ ਇੰਨੇ ਵੈਟਰਨਸ ਨੇ, ਐਂਟਨੀ ਸਾਹਿਬ ਨੇ, ਐਂਟਨੀ ਸਾਹਿਬ ਨੇ, ਚਿਦੰਬਰਮ ਸਾਹਿਬ ਨੇ। 3 ਬੰਦਿਆਂ ਕੋ ਜਾਏਗਾ ਇਹ। ਬਾਜਵਾ ਸਾਹਿਬ ਤੁਹਾਡੀ ਗੱਲ ਤੋਂ ਇਹ ਸਮਝ ਲਈਏ ਕਿ ਹਾਈ ਕਮਾਂਡ ਨੇ ਸਿੱਧੂ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਸੀ। ਕਿਹੜੀ ਚੀਜ਼ ਦੀ? ਨਹੀਂ ਯਾਰ ਛੋਟੇ ਦੇਖੋ ਭਾਈ, ਤੁਸੀਂ ਸ਼ਰਾਰਤਾਂ ਦੇ ਸਵਾਲ ਨਾ ਕਰੋ, ਇਹ ਬਹੁਤ ਓਕੇ ਗੰਭੀਰ ਨਹੀਂ ਛੋਟੇ ਭਾਈ, ਨਹੀਂ ਨਹੀਂ ਕੋਈ ਨਹੀਂ, ਤੇਰਾ ਸਵਾਲ ਠੀਕ ਹੈ ਯਾਰ, ਤੇਰਾ ਉੱਤਰ ਆ ਗਿਆ, ਸਵਾਲ ਠੀਕ ਵਧੀਆ ਹੈ। ਸਵਾਲ। ਸਿੱਧੂ ਸਾਹਿਬ ਕੱਲ ਕੈਪਟਨ ਸਾਹਿਬ ਦਾ ਕਹਿਣਾ ਸੀ ਕਿ ਇਮਰਾਨ ਖਾਨ ਨੇ ਸਿਫਾਰਿਸ਼ ਕੀਤੀ ਸੀ ਤੁਹਾਡੀ, ਇਹਦਾ ਕੀ ਕਹੋਗੇ ਸਰ? ਇਹਦਾ ਪੰਜਾਬ ਦੀ ਪ੍ਰਗਤੀ ਨਾਲ ਕੀ ਕੰਸਰਨ ਹੈ? ਨਾਲੇ ਉਹ 5 ਸਾਲ ਬਾਅਦ ਸੁੱਤਾ ਉੱਠਿਆ, ਮੈਂ ਕਹਿੰਦਾ ਉਹਨੂੰ ਅੰਮ੍ਰਿਤਸਰ ਲਿਜਾਓ, ਤਾਰਾਂ ਤੂਰਾਂ ਲਵਾਓ, ਥੋੜਾ ਥੋੜਾ ਐ ਕਰੇ, ਮਾੜਾ ਮੋਟਾ ਠੀਕ ਹੋ ਜਾਊਗਾ ਯਾਰ। ਬਸ ਕਰ ਯਾਰ ਤੂੰ। ਕੋਈ ਹੋਰ ਕੋਈ ਗੱਲ ਹੈ ਤੇ ਕਰੀਏ, ਨਹੀਂ ਤੇ ਅਗਲਾ ਸਵਾਲ ਯਾਰ ਕੋਈ ਥੋੜਾ ਜਿਹਾ ਪਲੀਜ਼। ਕਾਂਗਰਸ ਤੋਂ ਅਸਤੀਫਾ ਦੇ ਕੇ ਸਰ ਜਿਹੜਾ ਹੁਣ ਤੁਸੀਂ ਆਪਣਾ ਵਿਜ਼ਨ ਪੇਸ਼ ਕੀਤਾ, ਇਹਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਵੂਮਨ ਪਾਵਰਮੈਂਟ ਦੀ ਜਿਹੜੀ ਤੁਸੀਂ ਗੱਲ ਕੀਤੀ, ਲੇਕਿਨ ਜਦੋਂ ਟਿਕਟਾਂ ਦਿੰਦੇ ਉਹਦੇ ਵਿੱਚ ਤੁਹਾਡਾ ਆંકੜਾ ਕੱਢੀਏ ਤਾਂ 10% ਵੀ ਨਹੀਂ ਬੈਠਦਾ, ਤਾਂ ਕਿਆ ਟਿਕਟਾਂ ਦੇ ਵਿੱਚ ਤੁਸੀਂ ਪਾਵਰਮੈਂਟ ਨਹੀਂ ਦੇਖਦੇ? ਭਾਜੀ ਇਹਨਾਂ ਨੂੰ ਇਹ ਦੱਸੋ, ਚਲ ਮੈਂ ਹੀ ਦੱਸ ਦਿੰਦਾ ਔਨ ਬਿਹਾਫ ਆਫ ਭਾਜੀ, ਕਿ ਭਾਈ ਸੋਨੀਆ ਜੀ ਦੀ ਇੱਕ ਵਿਜ਼ਨ ਸੀ, ਅਸੀਂ ਉਹ ਥੱਲੋਂ ਸ਼ੁਰੂ ਕੀਤੀ ਹੈ ਔਰ 50% ਅਸੀਂ ਮਿਊਨਿਸਪੈਲਿਟੀਜ਼ ਦੇ ਵਿੱਚ ਔਰਤਾਂ ਨੂੰ ਜਗ੍ਹਾ ਦਿੱਤੀ ਹੈ। ਤੁਸੀਂ ਦੇਖੋ ਨਾ ਯਾਰ, ਹੌਲੀ ਹੌਲੀ ਐਵੋਲੂਸ਼ਨ ਦੇ ਨਾਲ ਪ੍ਰਿਯੰਕਾ ਜੀ ਨੇ ਜੋ ਅਨਾਉਂਸਮੈਂਟ ਕੀਤੀ ਉਹ 40% ਤੇ ਆ ਗਈ ਹੈ। ਹੌਲੀ ਹੌਲੀ ਵਿਦ ਦੀ ਪੈਸੇਜ ਆਫ ਟਾਈਮ, ਹੁਣ ਦੇਖੋ ਪੰਚਾਇਤੀ ਰਾਜ ਦੀ ਗੱਲ ਕੀਤੀ ਹੈ, ਉਹ ਰਾਜੀਵ ਜੀ ਦੀ ਵਿਜ਼ਨ ਹੈ, ਪੂਰੇ 12,500 ਪਿੰਡਾਂ ਦੀ ਤਾਕਤ ਉਹਨਾਂ ਨੂੰ ਵਾਪਸ ਦਿੱਤੀ ਜਾਏਗੀ, ਪਾਵਰ ਡੀਸੈਂਟਰਲਾਈਜ਼ ਕੀਤੀ ਜਾਏਗੀ, ਉਹਨਾਂ ਦੀ ਸਾਰੀ ਤਾਕਤ ਲੈ ਕੇ ਇੱਕ ਕਮਰੇ 'ਚ ਰੱਖ ਲੈਣੀ ਤੇ ਇੱਕ ਮੁੱਖ ਮੰਤਰੀ ਕੋ ਦੇ ਦੇਣੀ। ਕਿ ਬੜੀ ਸ਼ਰਮ ਦੀ ਗੱਲ ਹੈ ਕਿ ਕਈ ਸਰਪੰਚਾਂ ਨੂੰ ਨੋਮੀਨੇਟ ਕਰਨ ਲਈ 5-5 ਲੱਖ ਰੁਪਏ ਲਿੱਤੇ ਜਾਂਦੇ। ਥੈਰਫੋਰ ਭਾਵੇਂ ਉਹਨਾਂ ਦੀ ਤਾਕਤ ਹੋਵੇ, ਭਾਵੇਂ ਮਿਊਨਿਸਪਲ ਕਮੇਟੀਆਂ ਦੀ ਤਾਕਤ ਹੋਵੇ, ਛੋਟੇ ਛੋਟੇ ਕਸਬਿਆਂ ਦੀ ਮਿਊਨਿਸਪਲ ਕਮੇਟੀਆਂ ਨੇ 11 ਟੈਕਸਿਸ ਲੈਵੀ ਕਰ ਸਕਦੀਆਂ ਨੇ, ਆਤਮ ਨਿਰਭਰ ਸੰਸਥਾਵਾਂ ਨੇ, ਗਵਰਨਮੈਂਟਸ ਵਿਦਿਨ ਦੀ ਗਵਰਨਮੈਂਟ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਲੋਕਲ ਸੈਲਫ ਗਵਰਨਮੈਂਟ ਦਾ ਭਾਜੀ ਵੀ ਰਹੇ ਹੋਣੇ, ਲੋਕਲ ਸੈਲਫ ਗਵਰਨਮੈਂਟ ਦਾ ਮਿਨਿਸਟਰ ਹੁੰਦਾ ਹੈ, ਚੀਫ ਮਿਨਿਸਟਰ ਦੇ ਨਾਲ ਫੋਟੋ ਲੱਗਦੀ ਉਹਦੀ। ਇਟਸ ਅ ਗਵਰਨਮੈਂਟ ਵਿਦਿਨ ਦਾ ਗਵਰਨਮੈਂਟ। ਦੇਅਰਫੋਰ ਹੌਲੀ ਹੌਲੀ ਜਿਹੜਾ ਵਿਮਨਸ ਬਿੱਲ ਵੀ ਹੈ, ਸੋਨੀਆ ਮੈਮ ਬਾਰ-ਬਾਰ ਰੀਟਰੇਟ ਕਰਦੀਆਂ ਕਿ ਅਸੀਂ ਜਿੱਦਣ ਸਰਕਾਰ 'ਚ ਆ ਗਏ ਅਸੀਂ ਉਹ ਵਿਮਨ ਇੰਪਾਵਰਮੈਂਟ ਵਾਲਾ ਬਿੱਲ ਪਾਸ ਕਰਾਂਗੇ ਫਟਕ ਨੇ। ਦੇਅਰਫੋਰ ਵੀ ਹੈਵ ਸਟੂਡ ਫॉर ਦਿਸ। ਈਵਨ ਦੀ ਵਿਮਨ ਇੰਪਾਵਰਮੈਂਟ ਵਾਲਾ ਜਿਹੜਾ ਇਹਦੇ ਵਿੱਚ ਉਹ ਹੈ, ਵੀ ਆਰ ਇਨਵੈਸਟਿੰਗ ਇਨ ਦੀ ਫਿਊਚਰ ਜਨਰੇਸ਼ਨ, in their education, making them part and parcel of the economy. Therefore, it is not a hoax and just an election promise that we are making. ਇਹਦਾ ਕੀ ਸਵਾਲ ਹੈ? ਇਹਦੇ ਨਾਲ ਦੱਸੋ ਮੈਨੀਫੈਸਟੋ ਨਾਲ ਕੋਈ ਕਨੈਕਸ਼ਨ ਹੈ? ਤਾਂ ਹੀ ਤਾਂ ਮੈਂ ਕਹਿ ਰਿਹਾ ਛੋਟੇ ਭਾਈ, ਥੋੜਾ ਜਿਹਾ ਪੰਜਾਬ ਫਿਰ ਤੁਸੀਂ ਉਧਰ ਨੂੰ ਲੈ ਜਾਓਗੇ ਯਾਰ, ਬਸ ਕਰ। ਸ਼ੁਰੂਆਤ ਕੀਤੀ ਸੀਗੀ ਨਾ ਮੈਡਮ ਤੁਸੀਂ ਔਨ ਯੋਰ ਰეკਮੈਂਡੇਸ਼ਨ ਬੀਜੇਪੀ ਚੰਦੂਮਾਜਰਾ ਜੀ ਵਾਸ ਅਪਾਇੰਟਡ, ਬਟ ਉਹਨਾਂ ਦੀ ਦੇयर इज ਅ ਆਡੀਓ ਲੀਕ, ਉਹਦੇ ਚ ਪੀਓ ਇਜ਼ ਸਿਟਿੰਗ ਐਜ਼ ਐਟ ਹਿਸ ਪਲੇਸ ਤੇ ਉਹਨਾਂ ਦੇ ਸ਼ਹਿਰ ਤੇ ਜੋ ਵੀ ਅਪਾਇੰਟਮੈਂਟਸ ਹੋਈਆਂ, ਵਿਚ ਇਜ਼ ਔਨ ਰਿਕਾਰਡ ਨਾਓ। ਮੈਡਮ, ਇਟ ਇਜ਼ ਅ ਸਿੰਪਲ ਰਿਕੁਐਸਟ। ਬੜੇ ਸਾਲ ਲੱਗੇ ਮੈਨੂੰ ਇਹ ਕੁਝ ਕਰਦੇ ਹੋਏ, ਭਾਜੀ ਕੋਲ ਪਹੁੰਚਾਉਂਦੇ ਹੋਏ, ਤੁਹਾਡੇ ਤੱਕ ਪਹੁੰਚਾਉਂਦੇ ਹੋਏ। ਅੱਜ ਦਾ ਦਿਨ ਤੁਸੀਂ ਇੱਥੇ ਹੀ ਰਹੋ ਮੈਨੀਫੈਸਟੋ ਤੱਕ ਪਲੀਜ਼। ਇਟਸ ਅ ਰਿਕੁਐਸਟ, ਯੂ ਆਰ ਲਾਈਕ ਅ ਯੰਗਰ ਸਿਸਟਰ। ਤੁਹਾਡੇ ਮੈਨੀਫੈਸਟੋ 'ਚ ਤੁਸੀਂ ਕਿਹਾ ਕੈਪਟਨ ਅਮਰਿੰਦਰ ਸਿੰਘ 75-25 ਅੱਟੀ-ਸੱਟੀ-ਬੱਟੀ। ਮੈਨੂੰ ਦੱਸੋ ਜਦੋਂ ਸਰਕਾਰ ਬਣੇਗੀ, ਠੀਕ ਹੈ, ਜਿਹੜਾ ਲੁੱਟਿਆ ਮਾਫੀਆ ਨੇ ਬੇਟਾ ਕੈਪਟਨ ਅਮਰਿੰਦਰ ਸਿੰਘ, ਯੂ ਵਿਲ ਗੋ ਫॉर ਪ੍ਰੋਵ ਐਂਡ ਡੂ ਇਟ। ਇੱਕ ਸੀਰੀਅਸ ਇੱਕ ਮਿੰਟ, ਬੜੀ ਸਿੱਧੀ ਜੀ ਗੱਲ ਆਪਾਂ ਕਰੀਏ। ਮੈਂ ਕਿਉਂ ਕਿਹਾ? ਕਿਉਂਕਿ 4 ਸਾਲ ਬਾਅਦ ਬੰਦਾ ਉੱਠ ਕੇ ਕਹੀ ਜਾਂਦਾ ਹੈ ਕਿ ਮੇਰੇ ਟਾਈਮ ਦੇ ਵਿੱਚ ਸੈਂਡ ਮਾਈਨਿੰਗ ਮਾਫੀਆ ਸੀ ਤੇ ਤੂੰ ਸੁੱਤਾ ਪਿਆ ਸੀ। ਮੁਖੀਆ ਹੋਣ ਦੇ ਨਾਤੇ what did you do? It was happening under your nose, or were you part and parcel? See, it's a simple thing ਕਿ ਜਦੋਂ ਤੁਸੀਂ ਉਦੋਂ ਸੁੱਤੇ ਨਹੀਂ ਜਾਗੇ ਔਰ ਤੁਸੀਂ ਅੱਜ ਇਹੋ ਜਿਹੇ ਸਵਾਲ ਕਰਦੇ ਹੋ, ਮੈਂ ਕਹਿੰਦਾ ਕਿਉਂ ਮਰੇ ਨੂੰ ਮਾਰਨਾ ਖਤਮ ਹੋ ਗਿਆ ਯਾਰ, ਚੱਲਿਆ ਕਰ ਤੁਸੀਂ। ਬਿਲਕੁਲ, ਕਿਉਂ ਨਹੀਂ ਕਰਾਂਗੇ? ਜੇ ਕਾਰਵਾਈ ਨਹੀਂ ਕਰਾਂਗੇ, ਪਹਿਲੀ ਗੱਲ ਤੇ ਛੋਟੇ ਭਾਈ ਤੂੰ ਇਸ ਗੱਲ ਨੂੰ ਸਮਝ ਲੈ ਕਿ ਇਹ ਸਿਸਟਮ ਹੀ ਐਸਾ ਹੈ, ਜਦੋਂ ਤੁਸੀਂ ਇਹਨੂੰ ਸੈਟਅਪ ਕਰੋਗੇ ਔਰ ਉੱਤੇ ਸਹੀ ਬੰਦਾ ਲਿਆਓਗੇ ਤੇ ਚੋਰੀ ਹੋਣੀ ਨਹੀਂ। ਚੋਰੀ ਕਰ ਹੀ ਨਹੀਂ ਸਕਦਾ ਕੋਈ। ਪਹਿਲੀ ਗੱਲ ਤੇ ਮੈਂ ਅਗਰ ਕੋਈ ਪ੍ਰੋਬ ਹੋਏਗਾ, ਮੇਰਾ ਸਵਾਲ ਹੈ, ਤੁਸੀਂ ਕਲੀਅਰ ਐਲੀਗੇਸ਼ਨ ਲਗਾਏ 75-25 ਮਾਫੀਆ ਦੇ ਨਾਲ ਗੱਠਜੋੜ,
ਫਿਰ ਇਨਵੈਸਟੀਗੇਸ਼ਨ ਔਰ ਉਹਨਾਂ ਤੇ ਬਾਅਦ ਦੇ ਵਿੱਚ ਕਿਉਂ ਉਹਨਾਂ ਦੇ ਖਿਲਾਫ ਇਨਕੁਆਇਰੀ ਨਹੀਂ ਵਾਈ ਦਾ ਵਾਟ There is no reason. Everything will be proved. ਤੇ ਜਿਹੜਾ ਬੰਦਾ ਪੰਜਾਬ ਦਾ ਦੋਖੀ ਨਿਕਲਿਆ ਠੋਕਾਂਗੇ। ਸਰ ਕਾਂਗਰਸ ਦੇ ਪੋਸਟਰ ਤੇ 3 ਫੋਟੋਆਂ ਨੇ ਬਾਜਵਾ ਸਾਹਿਬ ਦੀ ਫੋਟੋ ਮੈਂ ਕਹਿੰਦਾ ਯਾਰ ਇੱਕ ਮਿੰਟ, ਜੇ ਬਾਜਵਾ ਸਾਹਿਬ ਦੀ ਵੀ ਲੱਗੀ ਹੁੰਦੀ ਤੇ 4 ਬੰਦਿਆਂ ਦਾ ਸਵੈੰਬਰ ਹੋ ਜਾਂਦਾ। ਦੇਖਿਆ ਨਾ ਸਵੈੰਬਰ ਹੁੰਦਾ ਹੈ। ਸਾਰੀ ਰਹਿਣ ਤੋਂ ਮੈਂ ਚੰਗਾ ਬਹੁਤ ਬੇਨਤੀ ਖਾਰਿਜ ਹੋ ਗਈ ਮਜੀਠੀਆ ਜੀ ਦੀ ਹੁਣ ਕੀ ਨਹੀਂ ਹੋਣਾ ਚਾਹੀਦਾ ਬਟ ਮਿਸਟਰ ਚੰਨੀ ਹਿਮਸੈਲਫ ਦਾ ਨਾਮ ਇਹਨਾਂ ਨੇ ਕਿਹਾ ਗੱਲ ਕਰੋ ਭਾਈ ਵੀ ਬਾਹਰ ਨਹੀਂ ਜਾਣੇ ਚਾਹੀਦੇ ਲੋਕ ਜਿਹੜੇ ਡਾਕਟਰ ਸ਼ਾਕਟਰ ਫ੍ਰੀ ਨਹੀਂ। ਕੋਚਿੰਗ ਫॉर ਆਇਲਸ ਟੋਟਲ ਪੰਜਾਬ ਦੇਗਾ, ਬਾਹਰ ਜਾਣ ਲਈ ਬੱਚਿਆਂ ਨੂੰ ਐਜੂਕੇਸ਼ਨ ਲੋਨ ਦੇਾਂਗੇ। ਇਫ ਦ ਸਟੇਟ ਗਵਰਨਮੈਂਟ ਇਟਸੈਲਫ ਇਜ਼ ਇਨਕਰੇਜਿੰਗ ਹਾਂਜੀ ਜਾਓ ਬਾਹਰ, ਵੀ ਵਿਲ ਹੈਲਪ ਯੂ, then She is the in charge. not a double standard। ਮੇਰੀ ਗੱਲ ਸੁਣੋ, ਮੈਨੀਫੈਸਟੋ ਲੈ ਲਓ, ਸਾਰੀਆਂ ਗੱਲਾਂ ਇੱਥੇ ਪਹੁੰਚਦੇ ਪਰ ਤੁਹਾਡੀ ਪਾਰਟੀ ਦਾ ਡਿਫਰੈਂਟ ਸਟੈਂਡ ਹੈ ਨਾ। ਉਹ ਭਾਈ ਇੱਕ ਮਿੰਟ ਉਹ ਸਿੱਖਿਆ ਦੀ ਗੱਲ ਕਰ। ਇੱਕ ਨੰਬਰ 1 ਨੰਬਰ 2 ਮੈਡਮ देयर आर so many differences when it comes to opinions। ਜਿਹੜਾ 23,000 ਕਰੋੜ ਰੁਪਏ ਉਹ ਕਹਿ ਰਹੇ ਆ 25,000 ਕਰੋੜ ਇੱਕ ਮਿੰਟ, the decision will be taken here, we'll take that decision with consensus, ਪਿਆਰ ਨਾਲ ਮੁਹੱਬਤ ਨਾਲ। ਥੈਂਕ ਯੂ, ਗॉड ਬlesਸ। ਚਲੋ ਜੀ।